प्यारे बच्चों, ਅਸੀਂ ਲੈਸਨ ਸ਼ੁਰੂ ਕੀਤਾ ਹੋਇਆ ਸੈਕੰਡ +2 ਹਿਸਟਰੀ ਦਾ ਪੰਜਾਬ ਦੇ ਇਤਿਹਾਸ ਦੇ ਸੋਮੇ। ਤਾਂ ਪਿਛਲੇ ਲੈਸਨ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਪੰਜਾਬ ਦਾ ਇਤਿਹਾਸ ਲਿਖਣ ਦੇ ਵਿੱਚ ਵਿਦਿਆਰਥੀਆਂ ਨੂੰ ਜਾਂ ਇਤਿਹਾਸਕਾਰਾਂ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ। ਸੈਕੰਡਲੀ ਅਸੀਂ ਗੁਰਮੁਖੀ ਸਾਹਿਤ ਔਰ ਜਿਹੜਾ ਪੰਜਾਬੀ ਅਤੇ ਹਿੰਦੀ ਦੀਆਂ ਇਤਿਹਾਸਕ ਅਤੇ ਅਰਧ ਇਤਿਹਾਸਕ ਪੁਸਤਕਾਂ ਬਾਰੇ ਪੜ੍ਹ ਚੁੱਕੇ ਹਾਂ, ਜਿਹੜੇ ਸਾਡੇ ਕੋਲੇ ਸੋਰਸਿਸ ਆਫ ਹਿਸਟਰੀ ਆ, ਪੰਜਾਬ ਦੇ ਇਤਿਹਾਸ ਦੇ ਸੋਮੇ ਆ। ਅੱਜ ਦਾ ਜਿਹੜਾ ਅਸੀਂ ਇਸ ਟੌਪਿਕ ਨੂੰ ਅੱਗੇ ਵਧਾਵਾਂਗੇ। ਅੱਜ ਜਿਹੜਾ ਸਾਡੇ ਕੋਲੇ ਆ ਕਿ ਸਾਨੂੰ ਹੋਰ ਕਿਹੜੇ ਸੋਰਸਿਸ ਆ, ਹੋਰ ਕਿਹੜੇ ਸੋਮੇ ਆ ਜਿਨ੍ਹਾਂ ਤੋਂ ਸਾਨੂੰ ਇਸ ਕਾਲ ਦੇ ਭਾਵ 1469 ਤੋਂ ਲੈ ਕੇ 1849 ਈਸਵੀ ਤੱਕ ਦੇ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਤਾਂ ਉਸ ਦੇ ਵਿੱਚ ਅੱਜ ਅਸੀਂ ਜਿਹੜੇ ਕਰਨ ਜਾ ਰਹੇ ਹਾਂ, ਫਾਰਸੀ ਭਾਸ਼ਾ ਦੇ ਸੋਮੇ, ਉਰਦੂ ਦੇ ਸੋਮੇ, ਅੰਗਰੇਜ਼ੀ ਦੇ ਸੋਮੇ ਔਰ ਜਿਹੜੀਆਂ ਸਾਡੀਆਂ ਲੋਕ ਅਖਾਣ ਹੈ, ਠੀਕ ਹੈ, ਸਿੱਕੇ ਆ, ਭਵਨ ਆ, ਹੋਰ ਕਿਹੜੇ ਸੋਰਸਿਸ ਆ ਜਿਨ੍ਹਾਂ ਤੋਂ ਸਾਨੂੰ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਸਬ ਟੌਪਿਕ ਕਰਾਂਗੇ ਫਾਰਸੀ ਭਾਸ਼ਾ ਦੇ ਸੋਮੇ। ਤਾਂ ਫਾਰਸੀ ਭਾਸ਼ਾ ਦੇ ਵਿੱਚ ਇਸ ਕਾਲ ਦੇ ਕਿਹੜੇ ਸੋਮੇ ਉਪਲਬਧ ਆ ਸਾਡੇ ਕੋਲੇ। ਤਾਂ ਬੇਟਾ ਉਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਸਾਡੇ ਕੋਲੇ ਹੈ ਤੁਜ਼ਕੇ ਬਾਬਰੀ ਜਾਂ ਬਾਬਰਨਾਮਾ। ਬਾਬਰਨਾਮਾ ਜਾਂ ਤੁਜ਼ਕੇ ਬਾਬਰੀ ਬਾਬਰ ਦੀ ਆਤਮ ਕਥਾ ਨੂੰ ਕਿਹਾ ਜਾਂਦਾ ਹੈ। ਬਾਬਰ ਕੌਣ ਸੀ? ਬਾਬਰ ਬੇਟਾ 1526 ਈਸਵੀ ਦੇ ਵਿੱਚ ਪਾਣੀਪਤ ਦੇ ਸਥਾਨ ਦੇ ਉੱਤੇ ਇਬਰਾਹਿਮ ਖਾਨ ਲੋਧੀ ਨੂੰ ਹਰਾ ਕੇ ਹਿੰਦੁਸਤਾਨ ਦੇ ਵਿੱਚ ਬਾਬਰ ਦਾ ਸ਼ਾਸਨ ਸ਼ੁਰੂ ਹੋਇਆ ਸੀ। ਤਾਂ ਮੁਗਲ ਅੰਪਾਇਰ ਦੀ ਸ਼ੁਰੂਆਤ ਜਾਂ ਮੁਗਲ ਕਾਲ ਦੀ ਸ਼ੁਰੂਆਤ ਬਾਬਰ ਦੇ ਨਾਲ ਹੁੰਦੀ ਆ। ਬਾਬਰ ਬੇਸਿਕਲੀ ਅਫਗਾਨਿਸਤਾਨ ਤੋਂ ਆਇਆ ਸੀ ਔਰ ਉਸ ਨੇ ਪੰਜਾਬ ਦੇ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ। ਤਾਂ ਬਾਬਰ ਨੇ ਆਪਣੀ ਆਤਮ ਕਥਾ ਲਿਖੀ ਤੁਜ਼ਕੇ ਬਾਬਰੀ। ਇਸ ਦੇ ਵਿੱਚੋਂ ਸਾਨੂੰ ਤੁਜ਼ਕੇ ਬਾਬਰੀ ਦੇ ਵਿੱਚੋਂ ਸਾਨੂੰ ਬਾਬਰ ਦੇ ਜੀਵਨ ਕਾਲ ਦੇ ਬਾਰੇ ਔਰ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ, ਕਿਉਂਕਿ 1526 16ਵੀਂ ਸਦੀ ਦਾ ਪਹਿਲਾਂ ਹੀ ਸ਼ੁਰੂਆਤ ਹੈ, ਤਾਂ 16ਵੀਂ ਸਦੀ ਦੇ ਸ਼ੁਰੂ ਦੀਆਂ ਜਿਹੜੀਆਂ ਸਾਡੇ ਕੋਲ ਘਟਨਾਵਾਂ ਹੈਗੀਆਂ 16ਵੀਂ ਸਦੀ ਦੇ ਬਾਬਰ ਦੇ ਜੀਵਨ ਕਾਲ ਦੀਆਂ, ਉਹਨਾਂ ਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ। ਬਾਬਰ ਨੇ ਆਪਣੀ ਇਸ ਤੁਜ਼ਕੇ ਬਾਬਰੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਹੈ ਔਰ ਸਭ ਤੋਂ ਜੇ ਮੰਨਣਯੋਗ ਇਤਿਹਾਸਕ ਸੋਮਾ ਹੈ ਤੁਜ਼ਕੇ ਬਾਬਰੀ ਹੈ, ਕਿਉਂਕਿ ਉਹਨੇ ਸਾਰੇ ਆਪਣੇ ਅਨੁਭਵ ਲਿਖੇ ਆ ਇਸ ਸਦੀ ਦੇ ਬਾਰੇ। ਤਾਂ ਸਾਡੇ ਕੋਲੇ 16ਵੀਂ ਸਦੀ ਦੇ ਸ਼ੁਰੂਆਤ ਦਾ ਪਹਿਲੇ 25 ਸਾਲਾਂ ਦਾ ਜਿਹੜਾ ਇਤਿਹਾਸ, ਜਿਹੜਾ ਸਾਡੇ ਕੋਲੇ ਮੰਨਣਯੋਗ ਇਤਿਹਾਸ ਆ, ਉਹ ਤੁਜ਼ਕੇ ਬਾਬਰੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ। ਤਾਂ ਸਾਡੇ ਕੋਲੇ ਇਤਿਹਾਸ ਦਾ ਇੱਕ ਬਹੁਤ ਅਹਿਮ ਸੋਮਾ ਹੈ ਤੁਜ਼ਕੇ ਬਾਬਰੀ। ਨੈਕਸਟ ਹੈ ਸਾਡੇ ਕੋਲੇ ਆਇਨ-ਏ-ਅਕਬਰੀ। ਆਇਨ ਕਿਹਾ ਜਾਂਦਾ ਬੇਟਾ ਸੰਵਿਧਾਨ ਨੂੰ, ਜਿਹੜਾ ਲਿਖਤੀ ਕਾਨੂੰਨਾਂ ਦਾ ਸੰਗ੍ਰਹਿ, ਠੀਕ ਹੈ। ਤਾਂ ਆਇਨ-ਏ-ਅਕਬਰੀ ਜਿਹੜਾ ਅਕਬਰ ਦੇ ਦਰਬਾਰ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਕਾਨੂੰਨ ਨੂੰ ਲਾਗੂ ਕੀਤਾ ਜਾਂਦਾ ਸੀ, ਕੀ ਪਰੰਪਰਾਵਾਂ ਸੀ ਕਾਨੂੰਨਾਂ ਨੂੰ ਲਾਗੂ ਕਰਨ ਦੀਆਂ, ਤਾਂ ਇਹ ਜਿਹੜੀ ਆਇਨ-ਏ-ਅਕਬਰੀ ਆ ਅਬੁਲ ਫਜ਼ਲ ਨੇ ਲਿਖੀ ਸੀ। ਅਬੁਲ ਫਜ਼ਲ ਕੌਣ ਸੀ? ਅਬੁਲ ਫਜ਼ਲ ਜਿਹੜਾ ਸੀਗਾ ਅਕਬਰ ਦੇ ਵਿੱਚ ਦਰਬਾਰ ਦੇ ਵਿੱਚ ਇੱਕ ਬਹੁਤ ਅਹਿਮ ਸਥਾਨ ਰੱਖਦਾ ਸੀ, ਠੀਕ ਹੈ। ਇਸ ਦੇ ਵਿੱਚ ਸਾਨੂੰ 1556 ਤੋਂ ਲੈ ਕੇ 1602 ਈਸਵੀ ਤੱਕ ਦੀਆਂ ਜਿਹੜੀਆਂ ਇਤਿਹਾਸਕ ਘਟਨਾਵਾਂ, ਉਹਨਾਂ ਦਾ ਸਾਨੂੰ ਵੱਡੀ ਗਿਣਤੀ ਦੇ ਵਿੱਚ ਬਹੁਤ ਸਟੀਕ ਜਿਹੜੀ ਉਹਦੀ ਜਾਣਕਾਰੀ ਸਾਨੂੰ ਮਿਲਦੀ ਹੈ ਔਰ ਉਸ ਦਾ ਪ੍ਰਸ਼ਾਸਕੀ ਢਾਂਚਾ ਕਿਹੋ ਜਿਹਾ ਸੀਗਾ ਉਹਦੇ ਬਾਰੇ ਸਾਨੂੰ ਗਿਆਨ ਮਿਲਦਾ ਔਰ ਜਿਹੜਾ ਅਕਬਰ ਦੇ ਸਿੱਖ ਗੁਰੂ ਸਾਹਿਬਾਨ ਦੇ ਨਾਲ ਕਿਹੋ ਜਿਹੇ ਸੰਬੰਧ ਸੀ। ਪੰਜਾਬ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਰਹਿੰਦੇ ਸੀ, ਅਕਬਰ ਦੇ ਉਹਨਾਂ ਨਾਲ ਬਹੁਤ ਚੰਗੇ ਸੰਬੰਧ ਸੀ ਔਰ ਉਹ ਜਿਹੜਾ ਸਾਰੀ ਜਾਣਕਾਰੀ ਸਾਨੂੰ ਆਇਨ-ਏ-ਅਕਬਰੀ ਦੇ ਵਿੱਚੋਂ ਮਿਲਦੀ ਹੈ। ਨੈਕਸਟ ਹੈ ਤੁਜ਼ਕ-ਏ-ਜਹਾਂਗੀਰੀ। ਤੁਜ਼ਕ-ਏ-ਜਹਾਂਗੀਰੀ, ਜਹਾਂਗੀਰ ਮੁਗਲ ਸ਼ਾਸਕ ਰਿਹਾ 1605 ਤੋਂ ਲੈ ਕੇ 1627 ਤੱਕ। ਤਾਂ ਜਹਾਂਗੀਰ ਨੇ ਆਪਣੀ ਆਤਮ ਕਥਾ ਲਿਖੀ ਆ, ਇਸ ਨੂੰ ਤੁਜ਼ਕੇ ਜਹਾਂਗੀਰੀ ਕਿਹਾ ਜਾਂਦਾ। ਇਸ ਜਿਹੜੀ ਪੁਸਤਕ ਹੈ, ਇਸ ਦੇ ਵਿੱਚੋਂ ਸਾਨੂੰ ਜਹਾਂਗੀਰ ਦੇ ਸਮੇਂ ਦੀ ਪੰਜਾਬ ਦੀ ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਮਾਜਿਕ ਜਾਣਕਾਰੀ ਜਿਹੜੀ ਸਾਨੂੰ ਉਹ ਪ੍ਰਾਪਤ ਹੁੰਦੀ ਹੈ। ਜਹਾਂਗੀਰ ਦੇ ਆਪਣੀ ਆਤਮ ਕਥਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਰੇ ਵੀ ਲਿਖਿਆ। ਉਸਨੇ ਸਿੱਧਾ ਹੀ ਲਿਖਿਆ ਕਿ ਉਹ ਲਾਈਕ ਨਹੀਂ ਸੀ ਕਰਦਾ, ਜਾਂ ਉਹ ਗੁਰੂ ਅਰਜਨ ਦੇਵ ਜੀ ਨੂੰ ਇਹ ਸਮਝਦਾ ਸੀਗਾ ਕਿ ਇਹ ਮੁਸਲਮਾਨਾਂ ਨੂੰ ਗਲਤ ਰਸਤੇ 'ਤੇ ਪਾ ਰਹੇ ਆ,
ਉਹਨੇ ਉਹਨਾਂ ਨੂੰ ਇੱਕ ਮਤਲਬ ਭੇਖੀ ਹਿੰਦੂ ਲਿਖਿਆ ਉਸ ਦੇ ਵਿੱਚ। ਤਾਂ ਉਹਨੇ ਇਹਦੇ ਵਿੱਚ ਤੁਜ਼ਕੇ ਜਹਾਂਗੀਰੀ ਦੇ ਵਿੱਚ ਇਹ ਵੀ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਨੇ ਰਾਜਕੁਮਾਰ ਖੁਸਰੋ ਦੀ ਮਦਦ ਕੀਤੀ ਸੀ ਔਰ ਉਸ ਨੂੰ ਤਿਲਕ ਲਗਾਇਆ ਸੀਗਾ, ਔਰ ਇਸ ਰਾਜਨੀਤਿਕ ਅਪਰਾਧ ਦੇ ਕਾਰਨ ਉਹਨਾਂ ਨੂੰ ਜਹਾਂਗੀਰ ਕਹਿੰਦਾ ਕਿ ਮੈਂ ਸਜ਼ਾ ਦਿੱਤੀ ਆ, ਦੋਸ਼ੀ ਬਣਾਉਣ ਦਾ ਯਤਨ ਕੀਤਾ ਉਹਨੇ। ਤਾਂ ਸਾਡੇ ਕੋਲੇ ਬੇਸ਼ੱਕ ਦੀ ਉਹ ਇੱਕ ਆਪਾਂ ਨੂੰ ਪਤਾ ਕਿ ਜਹਾਂਗੀਰ ਧਾਰਮਿਕ ਤੌਰ 'ਤੇ ਬਹੁਤ ਕੱਟੜ ਸੀ, ਔਰ ਇੱਥੋਂ ਹੀ ਜਿਹੜਾ ਸੀਗਾ ਜਹਾਂਗੀਰ ਦੇ ਕਾਲ ਤੋਂ ਹੀ ਸਿੱਖਾਂ ਦੇ ਅਤੇ ਮੁਗਲਾਂ ਦੇ ਸੰਬੰਧ ਵਿਗੜਨੇ ਸ਼ੁਰੂ ਹੋਏ ਆ। ਆਪਾਂ ਅਗਲੇ ਲੈਸਨਾਂ ਦੇ ਵਿੱਚ ਪੜ੍ਹਾਂਗੇ। ਤਾਂ ਤੁਜ਼ਕੇ ਜਹਾਂਗੀਰੀ ਸਾਡੇ ਕੋਲੇ ਇਸ ਸਮੇਂ ਦਾ ਸਟੀਕ ਇਤਿਹਾਸ ਸਾਨੂੰ ਜਾਣਕਾਰੀ ਦਿੰਦਾ। ਤਾਂ ਇਹ ਵੀ ਇੱਕ ਸਾਡੇ ਕੋਲ ਇਤਿਹਾਸ ਦਾ ਇੱਕ ਅਹਿਮ ਸੁਮ ਹੈ। ਨੈਕਸਟ ਹੈ ਬੇਟਾ ਮੁੰਤਖਿਬ ਉਲ ਲਬਾਬ। ਇਹ ਜਿਹੜੀ ਆ ਖਾਫੀ ਖਾਂ ਦੁਆਰਾ ਲਿਖੀ ਗਈ ਹੈ। ਇਹਦੇ ਵਿੱਚ ਜਿਹੜਾ 1722 ਈਸਵੀ ਤੱਕ ਦਾ ਜਿਹੜਾ ਮੁਗਲ ਇਤਿਹਾਸ ਹੈ, ਮੁਗਲ ਕਾਲ ਦੇ ਵਿੱਚ ਲਿਖੀ ਗਈ ਸੀ। 1722 ਈਸਵੀ ਤੱਕ ਦੀਆਂ ਇਤਿਹਾਸਕ ਘਟਨਾਵਾਂ ਦਾ ਵਰਣਨ ਮਿਲਦਾ ਹੈ। ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਬੰਦਾ ਬਹਾਦਰ, ਇਹਨਾਂ ਦਾ ਇਹ ਜਿਹੜਾ ਸਮਕਾਲੀ ਸੀ ਇਸ ਦਾ ਲੇਖਕ ਹੈ ਖਾਫੀ ਖਾਂ। ਅਤੇ ਉਸ ਨੇ ਮਤਲਬ ਸਾਡੇ ਕੋਲ ਇਸ ਕਾਲ ਦਾ ਇੱਕ ਬਹੁਤ ਵਧੀਆ ਇਤਿਹਾਸਕ ਸੁਮ ਹੈ। ਇਸੇ ਗ੍ਰੰਥ ਦੇ ਵਿੱਚ ਹੀ ਉਹਨੇ ਦੱਸਿਆ ਕਿ ਮੁਗਲ ਸਮਰਾਟ ਔਰੰਗਜ਼ੇਬ ਦੇ ਅੰਤਲੇ ਸਾਲਾਂ ਦੇ ਵਿੱਚ ਕਿਵੇਂ ਸਾਰੇ ਪੰਜਾਬ ਦੇ ਵਿੱਚ ਅਰਾਜਕਤਾ ਫੈਲ ਗਈ। ਔਰੰਗਜ਼ੇਬ ਤੋਂ ਪਿੱਛੋਂ ਬਹਾਦਰ ਸ਼ਾਹ ਪਹਿਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚੰਗੇ ਸੰਬੰਧ ਬਣਾਏ। ਖਾਫੀ ਖਾਂ ਨੇ ਜਿਹੜਾ ਇਹਦੇ ਵਿੱਚ ਲਿਖਿਆ ਬੰਦਾ ਬਹਾਦਰ ਅਤੇ ਉਹਦੇ ਜਿਹੜੇ ਸਿੱਖ ਸਾਥੀ ਫੜੇ ਗਏ ਸੀਗੇ ਉਹਨਾਂ ਨੂੰ ਕਿਵੇਂ ਪੇਸ਼ ਕੀਤਾ ਔਰ ਕਿਵੇਂ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ। ਇਸ ਤੋਂ ਬਿਨਾਂ ਸੂਬੇ ਦੀ ਰਾਜਧਾਨੀ ਬਾਰੇ ਵੀ ਇਸ ਗ੍ਰੰਥ ਦੇ ਵਿੱਚ ਕਾਫੀ ਚਾਨਣਾ ਪਾਇਆ ਗਿਆ। ਤਾਂ ਇਹ ਜਿਹੜੀ ਕਿਤਾਬ ਆ ਸਾਡੇ ਕੋਲੇ ਇਸ ਕਾਲ ਦੇ ਇਤਿਹਾਸ ਦੀ ਜਾਣਕਾਰੀ ਦੇਣ ਦਾ ਇੱਕ ਅਹਿਮ ਸੋਮਾ ਹੈ, ਮੁੰਤਖਿਬ ਉਲ ਲਬਾਬ ਖਾਫੀ ਖਾਂ ਦੀ ਰਚੀ ਹੋਈ। ਨੈਕਸਟ ਹੈ ਦਬਿਸਤਾਨ-ਏ ਮਜ਼ਾਹਿਬ। ਮੁਹਸਿਨ ਫਾਨੀ ਇਸ ਦਾ ਰਾਈਟਰ ਹੈ। ਪਹਿਲਾਂ ਮੰਨਿਆ ਜਾਂਦਾ ਸੀ ਕਿ ਮੁਹਸਿਨ ਫਾਨੀ ਨੇ ਲਿਖੀ ਆ, ਪਰ ਹੁਣ ਜਿਹੜਾ ਕਈ ਇਤਿਹਾਸਕਾਰ ਇਹ ਮੰਨਦੇ ਆ ਵੀ ਇਹਦਾ ਅਸਲੀ ਲੇਖਕ ਮਬੀਦ ਜਾਂ ਮੁਆਬਿਦ ਜ਼ੁਲਫਕਾਰ ਅਰਦਿਸਤਾਨੀ ਹੈ। ਉਹ ਪਾਰਸੀ ਸੀਗਾ, ਫਾਰਸੀ ਕਿਹਾ ਜਾਂਦਾ ਹੈ, ਜਿਹੜੇ ਈਰਾਨ ਦੇ ਵਿੱਚੋਂ ਆ ਕੇ ਵਸੇ ਸੀ। ਅੱਜ ਵੀ ਸਾਡੇ ਕੋਲੇ ਪਾਰਸੀ ਲੋਕ ਸਾਡੇ ਹਿੰਦੁਸਤਾਨ ਦੇ ਵਿੱਚ ਕਾਫੀ ਰਹਿੰਦੇ ਆ, ਔਰ ਉਹ 5ਵੇਂ 6ਵੇਂ 7ਵੇਂ ਗੁਰੂ ਸਾਹਿਬਾਨ ਦਾ ਸਮਕਾਲੀ ਸੀ ਜਿਹੜਾ ਇਸ ਦਾ ਰਾਈਟਰ ਸੀ। ਔਰ ਉਸ ਨੇ ਉਸਦੀ 6ਵੇਂ ਗੁਰੂ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਸੀ, ਗੁਰੂ ਹਰਗੋਬਿੰਦ ਜੀ ਦੇ ਨਾਲ। ਇਸ ਲਈ ਉਸ ਨੇ ਜਿਹੜਾ ਇਸ ਦੇ ਵਿੱਚ ਗੁਰੂ ਹਰਗੋਬਿੰਦ ਜੀ ਦੇ ਬਾਰੇ ਕਾਫੀ ਚੰਗੀਆਂ ਗੱਲਾਂ ਲਿਖੀਆਂ ਗਈਆਂ। ਅਤੇ ਦਬਿਸਤਾਨ-ਏ ਮਜ਼ਾਹਿਬ ਆ ਜਿਹੜਾ ਇਹ ਸਾਨੂੰ ਇਸ ਕਾਲ ਦੇ ਇਤਿਹਾਸ ਦੀ ਵਧੀਆ ਜਾਣਕਾਰੀ ਦਿੰਦਾ। ਇਹਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਦੁਆਰਾ ਚਲਾਈ ਗਈ ਮਸੰਦ ਪ੍ਰਥਾ ਦਾ ਵੀ ਵਰਣਨ ਮਿਲਦਾ ਇਸ ਪੁਸਤਕ ਦੇ ਵਿੱਚ, ਔਰ ਕਿਵੇਂ ਜਿਹੜਾ ਗੁਰੂ ਸਾਹਿਬਾਨ ਆ ਜਿਹੜੇ ਉਹ ਸਾਦਾ ਜੀਵਨ ਬਤੀਤ ਕਰਦੇ ਸੀਗੇ ਉਸ ਦੇ ਬਾਰੇ ਵੀ ਸਾਨੂੰ ਗਿਆਨ ਮਿਲਦਾ। ਗੁਰੂ ਹਰਗੋਬਿੰਦ ਸਾਹਿਬ ਦੇ ਜੇਲ੍ਹ ਜਾਣ ਦਾ ਵੀ ਇਸ ਦੇ ਵਿੱਚ, ਅਤੇ ਉਸ ਤੋਂ ਬਾਅਦ ਉਹਨਾਂ ਦੇ ਜੋਤੀ ਜੋਤ ਸਮਾਉਣ ਤੱਕ ਦਾ ਵੀ ਇਤਿਹਾਸ ਸਾਨੂੰ ਦਬਿਸਤਾਨ-ਏ ਮਜ਼ਾਹਿਬ ਦੇ ਵਿੱਚੋਂ ਮਿਲਦਾ। ਪਰ ਕਿਤੇ ਕਿਤੇ ਇਸ ਪੁਸਤਕ ਦੇ ਵਿੱਚ ਕੁਛ ਕੁ ਗੱਲਾਂ ਸਾਨੂੰ ਇਹੋ ਜਿਹੀਆਂ ਲੱਗਦੀਆਂ ਜਿਹੜੀਆਂ ਕਿ ਮਨ ਘੜਤ ਹੈ, ਮਿਥਿਹਾਸਿਕ ਹੈ, ਬਟ ਫਿਰ ਵੀ ਸਾਡੇ ਕੋਲ ਇਹ ਇਤਿਹਾਸ ਦਾ ਇੱਕ ਅਹਿਮ ਸੋਮਾ ਹੈ ਦਬਿਸਤਾਨ-ਏ ਮਜ਼ਾਹਿਬ। ਨੈਕਸਟ ਹੈ ਸਾਡੇ ਕੋਲ ਜੰਗਨਾਮਾ ਕਾਜ਼ੀ ਨੂਰ ਮੁਹੰਮਦ। ਬੇਟਾ ਜੰਗਨਾਮੇ 2 ਲਿਖੇ ਗਏ ਹੈ, ਇੱਕ ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ, ਦੂਜਾ ਸ਼ਾਹ ਮੁਹੰਮਦ ਦਾ ਜੰਗਨਾਮਾ। ਸ਼ਾਹ ਮੁਹੰਮਦ ਨੇ ਜਿਹੜਾ ਜੰਗਨਾਮਾ ਲਿਖਿਆ ਸੀਗਾ ਉਸ ਨੂੰ ਕਿਹਾ ਜਾਂਦਾ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ। ਉਹ ਫਸਟ ਐਂਗਲੋ ਸਿੱਖ ਵਾਰ ਦੇ ਬਾਰੇ ਲਿਖਿਆ ਗਿਆ। ਤਾਂ ਜਿਹੜਾ ਸਾਡੇ ਕੋਲ ਕਾਜ਼ੀ ਨੂਰ ਮੁਹੰਮਦ ਦਾ ਜਿਹੜਾ ਜੰਗਨਾਮਾ ਹੈ ਇਹਦੀ ਰਚਨਾ ਜਿਹੜੀ 1765 ਦੇ ਵਿੱਚ ਹੋਈ ਮੰਨੀ ਜਾਂਦੀ ਹੈ। ਅਤੇ 1761 ਦੇ ਵਿੱਚ ਪਾਣੀਪਤ ਦੀ ਲੜਾਈ ਹੋਈ ਸੀ, ਤੀਜੀ ਲੜਾਈ। ਤਾਂ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਕਿਵੇਂ ਉਹ ਭਾਰਤ ਦੇ ਵਿੱਚ ਆਇਆ, ਉਹਦੇ ਨਾਲ ਹੀ ਕਾਜ਼ੀ ਨੂਰ ਮੁਹੰਮਦ ਭਾਰਤ ਦੇ ਵਿੱਚ ਆਇਆ ਸੀ 1761 ਦੇ ਵਿੱਚ, ਔਰ ਉਹ ਕਾਫੀ ਸਮਾਂ ਜਿਹੜਾ ਹਿੰਦੁਸਤਾਨ ਦੇ ਵਿੱਚ ਰਿਹਾ। ਫਿਰ ਉਸ ਨੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਸੀਗਾ ਉਹ ਜੰਗਨਾਮਾ ਦੀ ਰਚਨਾ ਕੀਤੀ। ਜੰਗਨਾਮੇ ਦੇ ਵਿੱਚੋਂ ਸਾਨੂੰ ਪੰਜਾਬ ਦੀ ਰਾਜਨੀਤਿਕ ਧਾਰਮਿਕ ਹਾਲਤ, ਸਿੱਖਾਂ ਦੀ ਬਹਾਦਰੀ, ਉਹਨਾਂ ਦੀ ਦ੍ਰਿੜਤਾ, ਉਹਨਾਂ ਦੇ ਲੜਨ ਦੇ ਢੰਗ, ਉਹਨਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਕਾਜ਼ੀ ਨੂਰ ਮੁਹੰਮਦ ਨੇ ਵਰਣਨ ਕੀਤਾ। ਮੈਂ ਜਿਵੇਂ ਆਪਾਂ ਪਹਿਲੇ ਦਿਨ ਗੱਲ ਕੀਤੀ ਸੀ ਕਿ ਮੁਸਲਮਾਨ ਇਤਿਹਾਸਕਾਰਾਂ ਦੇ ਪੱਖਪਾਤਪੂਰਨ ਵਿਚਾਰ
ਸਿੱਖਾਂ ਨੂੰ ਉਹਨੇ ਜਜ਼ਬੇ ਦੇ ਤਹਿਤ ਸੱਗ ਲਿਖਿਆ। ਇੱਥੇ ਸੱਗ ਦਾ ਅਰਥ ਹੁੰਦਾ ਕੁੱਤੇ। ਤਾਂ ਆਪਾਂ ਨੂੰ ਪਤਾ ਚੱਲਦਾ ਕਿ ਉਸਨੇ ਇਸ ਨੂੰ ਜਿਹੜਾ ਜੰਗਨਾਮੇ ਨੂੰ ਲਿਖਿਆ ਇੱਕ ਮੁਸਲਮਾਨ ਬਣ ਕੇ ਲਿਖਿਆ, ਪਰ ਫਿਰ ਵੀ ਉਹ ਜਿਹੜਾ ਸਿੱਖਾਂ ਦੇ ਜਿਹੜੇ ਗੁਣ ਸੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਸੀ, ਕਿਉਂਕਿ ਉਹ ਆਪਦੇ ਆਕੇ ਨੂੰ ਖੁਸ਼ ਕਰਨ ਦੀ ਖਾਤਰ, ਅਹਿਮਦ ਸ਼ਾਹ ਅਬਦਾਲੀ ਨੂੰ ਖੁਸ਼ ਕਰਨ ਦੀ ਖਾਤਰ ਬੇਸ਼ੱਕ ਸਿੱਖਾਂ ਦੇ ਪ੍ਰਤੀ ਗਲਤ ਸ਼ਬਦਾਵਲੀ ਦੀ ਵਰਤੋਂ ਤਾਂ ਕਰ ਗਿਆ, ਪਰ ਜਿਹੜੇ ਸਿੱਖਾਂ ਦੀ ਦ੍ਰਿੜਤਾ ਸੀ, ਬਹਾਦਰੀ ਸੀ, ਉਸ ਨੂੰ ਅੱਖੋਂ ਪਰੋਖੇ ਨਹੀਂ ਉਹ ਕਰ ਸਕਿਆ। ਉਸ ਨੂੰ ਉਹਨੇ ਬਹੁਤ ਸੋਹਣਾ ਵਰਣਨ ਕੀਤਾ। ਤਾਂ ਜੰਗਨਾਮਾ ਸਾਡੇ ਕੋਲੇ ਇਸ ਕਾਲ ਦੀ ਜਾਣਕਾਰੀ ਦੇਣ ਦਾ ਇੱਕ ਅਹਿਮ ਸੋਮਾ ਹੈ। ਨੈਕਸਟ ਸਾਡੇ ਕੋਲੇ ਇਬਰਤਨਾਮਾ। ਇਬਰਤਨਾਮੇ ਮੰਨਿਆ ਜਾਂਦਾ 3 ਇਬਰਤਨਾਮੇ ਲਿਖੇ ਗਏ ਆ। ਤਾਂ ਜਿਹੜਾ ਸਾਡੇ ਕੋਲ ਇਬਰਤਨਾਮਾ ਉਪਲਬਧ ਹੈ ਉਹ ਹੈਗਾ, ਉਸ ਦੀ ਰਚਨਾ ਜਿਹੜੀ 1719 ਦੇ ਵਿੱਚ ਹੋਈ ਸੀ, ਔਰ ਇਸ ਦਾ ਜਿਹੜਾ ਰਾਈਟਰ ਸੀ ਉਹ ਮੁਹੰਮਦ ਕਾਸਮ ਲਾਹੌਰੀ ਸੀ। ਮੁਹੰਮਦ ਕਾਸਮ ਲਾਹੌਰੀ ਜ਼ਕਰੀਆ ਖਾਨ ਦਾ ਸਮਕਾਲੀ ਸੀ, ਔਰ ਇਸ ਦੀ 1719 ਦੇ ਵਿੱਚ ਮੰਨਿਆ ਜਾਂਦਾ ਰਚਨਾ ਹੋਈ। ਇਸ ਦੇ ਵਿੱਚ ਸਾਨੂੰ ਹੈਦਰੀ ਝੰਡੇ ਦੀ ਘਟਨਾ ਦੇ ਬਾਰੇ ਜਾਣਕਾਰੀ ਮਿਲਦੀ ਆ। ਹੈਦਰੀ ਝੰਡੇ ਦੀ ਘਟਨਾ ਆਪਾਂ ਬੁੱਕ ਦੇ ਵਿੱਚ ਹੀ ਅਗਲੇ ਲੈਸਨਾਂ ਦੇ ਵਿੱਚ ਪੜ੍ਹਾਂਗੇ ਕਿ ਕਿਵੇਂ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਜਿਹਾਦ ਦਾ ਨਾਅਰਾ ਲਾਇਆ ਔਰ ਹੈਦਰੀ ਝੰਡੇ ਦੇ ਥੱਲੇ ਇਕੱਠੇ ਹੋ ਗਏ, ਔਰ ਬਾਅਦ ਦੇ ਵਿੱਚ ਜਦੋਂ ਸਿੱਖਾਂ ਨੇ ਉਹਨਾਂ ਦੇ ਚੰਗੇ ਆਹੂ ਲਾਏ ਤਾਂ ਉਹ ਉੱਥੋਂ ਦੌੜ ਗਏ ਔਰ ਕਿਵੇਂ ਜਾਂਦੇ ਜਾਂਦੇ ਹੈਦਰੀ ਝੰਡੇ ਨੂੰ ਸਾੜ ਗਏ। ਤਾਂ ਇਹ ਇੱਕ ਬਹੁਤ ਇੰਟਰਸਟਿੰਗ ਘਟਨਾ ਆਪਾਂ ਅਗਲੇ ਲੈਸਨਾਂ ਦੇ ਵਿੱਚ ਪੜ੍ਹਾਂਗੇ। ਤਾਂ ਹੈਦਰੀ ਝੰਡੇ ਦੀ ਘਟਨਾ ਦੇ ਬਾਰੇ ਸਾਨੂੰ ਇਬਰਤਨਾਮੇ ਦੇ ਵਿੱਚੋਂ ਕਾਫੀ ਜਾਣਕਾਰੀ ਮਿਲਦੀ ਹੈ, ਔਰ ਇਹਦੇ ਵਿੱਚ ਸਾਨੂੰ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੀ ਵੀ ਪੂਰੀ ਜਾਣਕਾਰੀ ਮਿਲਦੀ ਹੈ। ਤੀਜਾ ਇਬਰਤਨਾਮਾ ਜਿਹੜਾ ਉਹਦਾ ਲੇਖਕ ਆ ਅਲਾਉਦੀਨ ਮੁਫਤੀ, ਠੀਕ ਹੈ। ਸੈਕੰਡ ਜਿਹੜਾ ਇਬਰਤਨਾਮਾ ਸੀਗਾ ਉਸ ਦਾ ਜਿਹੜਾ ਰਾਈਟਰ ਹੈ ਉਹ ਹੈਗਾ ਖੈਰਉਦੀਨ ਮੁਹੰਮਦ। ਤਾਂ 3 ਸਾਡੇ ਕੋਲੇ ਜਿਹੜੇ ਇਬਰਤਨਾਮੇ ਆ। ਅਤੇ ਜਿਹੜਾ ਤੀਜਾ ਇਬਰਤਨਾਮਾ ਉਹਦੀ ਮੰਨਿਆ ਜਾਂਦਾ ਕਿ ਜਿਹੜੀ ਰਚਨਾ 1854 ਦੇ ਵਿੱਚ ਕੀਤੀ ਗਈ ਸੀ। ਇਹ ਤੀਜੇ ਇਬਰਤਨਾਮੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਾਣਕਾਰੀ ਮਿਲਦੀ ਆ। ਤਾਂ ਇਬਰਤਨਾਮਾ ਵੀ ਸਾਡੇ ਕੋਲੇ ਕਾਫੀ ਮਹੱਤਵਪੂਰਨ ਸੋਮਾ ਹੈ, ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ। ਅੱਗੇ ਹੈ ਹੋਰ ਜਿਹੜੀ ਸਾਡੇ ਕੋਲੇ ਫਾਰਸੀ ਭਾਸ਼ਾ ਦੀਆਂ ਪੁਸਤਕਾਂ, ਉਹਨਾਂ ਦੇ ਵਿੱਚ ਖਜ਼ਾਨਾ-ਏ ਅਮੀਰਾਂ ਗੁਲਾਮ ਅਲੀ ਆਜ਼ਾਦ, ਉਮਦਦ ਉਤ ਤਵਾਰੀਖ ਸੋਹਣ ਲਾਲ ਸੂਰੀ, ਖੁਲਾਸਤ ਉਤ ਤਵਾਰੀਖ ਸੁਜਾਨ ਰਾਏ ਭੰਡਾਰੀ, ਫਤੂਹਾਤਨਾਮਾ-ਏ ਸਮਦੀ ਗੁਲਾਮ ਮੁਹੰਮਦ ਉਦੀਨ, ਅੱਗੇ ਮੁੰਤਖਿਬ ਉਤ ਲਵਾਬ ਇਹ ਅਬੁਲ ਕਾਦਰ ਬਿਨ ਮਲੂਕ ਸ਼ਾਹ, ਅਤੇ ਅਹਿਵਾਲ-ਏ ਅਦੀਨਾ ਬੇਗ। ਇਸ ਦੇ ਲੇਖਕ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲਦੀ। ਤਾਂ ਇਹ ਸਾਡੇ ਕੋਲ ਜਿਹੜੀਆਂ ਕਿਤਾਬਾਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਪਹਿਲਾਂ ਖਜ਼ਾਨਾ-ਏ ਅਮੀਰਾਂ ਇਹ ਗੁਲਾਮ ਅਲੀ ਆਜ਼ਾਦ ਨੇ ਲਿਖੀ ਸੀ। ਇਹਦੇ ਵਿੱਚ ਸਿੱਖਾਂ ਦੇ ਲਾਹੌਰ ਦੇ ਉੱਤੇ ਕਬਜ਼ਾ ਕਰਨ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਅੱਗੇ ਉਮਦਤ ਉਤ ਤਵਾਰੀਖ ਸੋਹਣ ਲਾਲ ਸੂਰੀ। ਸੋਹਣ ਲਾਲ ਸੂਰੀ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਇਤਿਹਾਸਕਾਰ ਸੀ ਸੋਹਣ ਲਾਲ ਸੂਰੀ। ਤਾਂ ਉਸ ਨੇ ਜਿਹੜੀ ਉਮਦਤ ਉਤ ਤਵਾਰੀਖ ਲਿਖੀ ਸੀ ਮੁਨਸ਼ੀ ਸੋਹਣ ਲਾਲ ਸੂਰੀ ਨੇ, ਔਰ ਇਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਭਿੰਨ ਭਿੰਨ ਪੱਖਾਂ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ। ਅੱਗੇ ਖੁਲਾਸਤ ਉਤ ਤਵਾਰੀਖ ਸੁਜਾਨ ਰਾਏ ਭੰਡਾਰੀ ਦੀ ਲਿਖੀ ਹੋਈ ਹੈ। ਤਾਂ ਸੁਜਾਨ ਰਾਏ ਭੰਡਾਰੀ ਬਟਾਲਾ ਸ਼ਹਿਰ ਦਾ ਰਹਿਣ ਵਾਲਾ ਸੀ, ਠੀਕ ਹੈ, ਔਰ ਇਸ ਦੀ ਰਚਨਾ ਜਿਹੜੀ 1696 ਦੇ ਵਿੱਚ ਕੀਤੀ ਗਈ ਸੀ। ਇਸ ਦੇ ਵਿੱਚ ਸਾਨੂੰ ਔਰੰਗਜ਼ੇਬ ਦੇ ਜੀਵਨ ਕਾਲ ਦੇ ਬਾਰੇ ਘਟਨਾਵਾਂ ਦਾ ਕਾਫੀ ਵੇਰਵਾ ਮਿਲਦਾ। ਜਿਹੜੀ ਫਤੂਹਾਤਨਾਮਾ-ਏ ਸਮਦੀ ਆ, ਇਹ ਜਿਹੜਾ ਗ੍ਰੰਥ ਹੈ ਗੁਲਾਮ ਮੁਹੀਉਦੀਨ ਦਾ ਲਿਖਿਆ ਹੋਇਆ। ਇਹਦੇ ਵਿੱਚ 1722-23 ਈਸਵੀ ਦੇ ਵਿੱਚ ਇਹਨੂੰ ਪੂਰਾ ਕੀਤਾ ਗਿਆ ਸੀਗਾ, ਔਰ ਇਸ ਦੇ ਵਿੱਚ ਪੰਜਾਬ ਦੇ ਗਵਰਨਰ, ਪੰਜਾਬ ਦਾ ਨਾਜ਼ਿਮ, ਪੰਜਾਬ ਦਾ ਸੂਬੇਦਾਰ ਅਬਦੁਸ ਸਮਦ ਖਾਂ 1713 ਤੋਂ ਲੈ ਕੇ 26 ਤੱਕ ਉਹ ਜਿਹੜਾ ਉਹਦੇ ਜੀਵਨ ਕਾਲ ਦੀਆਂ ਜਿਹੜੀਆਂ ਘਟਨਾਵਾਂ ਸਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ ਅਬਦੁਸ ਸਮਦ ਖਾਂ ਦੇ ਸਮੇਂ ਬਾਰੇ। ਤਾਂ ਉਸ ਤੋਂ ਬਾਅਦ ਹੈਗਾ ਅਹਿਵਾਲ-ਏ ਅਦੀਨਾ ਬੇਗ। ਅਹਿਵਾਲ-ਏ ਅਦੀਨਾ ਬੇਗ ਆ ਜਿਹੜੀ ਇਹ ਅਦੀਨਾ ਬੇਗ ਦੇ ਬਾਰੇ ਲਿਖੀ ਹੋਈ ਪੁਸਤਕ ਹੈ। ਅਦੀਨਾ ਬੇਗ ਆ ਜਿਹੜਾ ਜਲੰਧਰ ਦੁਆਬ ਦਾ ਫੌਜਦਾਰ ਸੀ। ਇਹ ਸਾਰੀ ਉਸ ਦੀ ਉਸਤਤ ਦੇ ਵਿੱਚ ਲਿਖੀ ਗਈ ਹੈ। ਇਹ ਸਾਡੇ ਕੋਲੇ ਫਾਰਸੀ ਭਾਸ਼ਾ ਦੇ ਸੋਮੇ ਸੀ। ਨੈਕਸਟ ਆਪਾਂ ਦੇਖਦੇ ਹਾਂ ਉਰਦੂ ਭਾਸ਼ਾ ਦੇ ਸਾਡੇ ਕੋਲੇ ਜਿਹੜੇ ਸੋਮੇ ਆ। ਫਾਰਸੀ ਤੋਂ ਬਿਨਾਂ ਜਿਹੜੀ ਉਰਦੂ ਆ, ਉਰਦੂ ਦੇ ਵਿੱਚ ਵੀ ਕਈ ਪੁਸਤਕਾਂ ਸਾਨੂੰ ਮਿਲਦੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਹੈ ਰਾਜ ਖਾਲਸਾ। ਇਹ ਸਾਨੂੰ 2 ਜਿਲਦਾਂ ਦੇ ਵਿੱਚ ਮਿਲਦੀ ਆ। ਰਾਧਾ ਕ੍ਰਿਸ਼ਨ ਦੀ ਗੋਸ਼ਾ-ਏ ਪੰਜਾਬ ਜਿਹੜੀ 1861 ਦੇ ਵਿੱਚ ਲਿਖੀ ਗਈ ਸੀ। ਮੁਹੰਮਦ ਹਸਨ ਦੀ ਤਵਾਰੀਖ-ਏ ਪਟਿਆਲਾ, ਪਟਿਆਲਾ ਰਿਆਸਤ ਦਾ ਇਤਿਹਾਸ ਹੈ।
ਅੱਗੇ ਗਿਆਨ ਸਿੰਘ ਦੀ ਤਾਰੀਖ ਗੁਰੂ ਖਾਲਸਾ, ਇਹਦੇ ਵਿੱਚ ਸਾਨੂੰ ਸਿੱਖ ਗੁਰੂ ਸਾਹਿਬਾਨ ਦੇ ਬਾਰੇ ਜਾਣਕਾਰੀ ਮਿਲਦੀ ਆ। ਅੱਗੇ ਅਬਦੁਲ ਮਜੀਦ ਦੀ ਤਾਰੀਖ ਹੈ ਅਫਗਾਨਾ, ਇਹਦੇ ਵਿੱਚ ਅਫਗਾਨਿਸਤਾਨ ਦੇ ਨਾਲ ਲੱਗਦੇ ਪ੍ਰਦੇਸ਼ ਅਫਗਾਨਿਸਤਾਨ ਦਾ ਕਾਫੀ ਇਤਿਹਾਸ ਮਿਲਦਾ ਔਰ ਸਾਨੂੰ ਇਸ ਦੇ ਵਿੱਚੋਂ ਪੰਜਾਬ ਦੇ ਬਾਰੇ ਵੀ ਜਾਣਕਾਰੀ ਮਿਲਦੀ ਹੈ। ਸਰੂਪ ਲਾਲ ਦੀ ਤਾਰੀਖ ਹੈ ਸਿੱਖਾਂ, ਇਸ ਦੇ ਵਿੱਚੋਂ ਵੀ ਸਾਨੂੰ ਸਿੱਖ ਇਤਿਹਾਸ ਜਿਹੜਾ ਖਾਸ ਕਰਕੇ 17ਵੀਂ ਤੇ 18ਵੀਂ ਸਦੀ ਦਾ ਸਿੱਖ ਇਤਿਹਾਸ ਆ ਉਸ ਦੇ ਬਾਰੇ ਜਾਣਕਾਰੀ ਮਿਲਦੀ ਹੈ। ਨੈਕਸਟ ਹੈ ਸਾਡੇ ਕੋਲੇ ਅੰਗਰੇਜ਼ੀ ਸਾਹਿਤ, ਜਿਹੜੀਆਂ ਇਸ ਕਾਲ ਦੇ ਵਿੱਚ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖੀਆਂ ਗਈਆਂ ਪੁਸਤਕਾਂ ਕਿਹੜੀਆਂ ਪੁਸਤਕਾਂ ਸੀ। ਤਾਂ ਸਾਰਿਆਂ ਨਾਲੋਂ ਪਹਿਲਾਂ ਸਾਡੇ ਕੋਲੇ ਜੇਮਸ ਬਰਾਊਨ ਦੀ ਇੰਡੀਅਨ ਪ੍ਰੈਕਟਿਸ। ਜੇਮਸ ਬਰਾਊਨ ਆ ਜਿਹੜਾ ਮੁਗਲ ਬਾਦਸ਼ਾਹ ਸ਼ਾਹ ਆਲਮ ਦੇ ਦਰਬਾਰ ਦੇ ਵਿੱਚ ਅੰਗਰੇਜ਼ੀ ਰਾਜਦੂਤ ਸੀ ਔਰ ਉਸ ਨੇ ਜਿਹੜੀ ਪੁਸਤਕ ਆ ਉਸ ਦਾ ਪੂਰਾ ਨਾਂ ਸੀਗਾ ਹਿਸਟਰੀ ਆਫ ਦਾ ਓਰੀਜਨ ਐਂਡ ਪ੍ਰੋਗਰੈਸ ਆਫ ਦਾ ਸਿੱਖਸ ਇਨ ਇੰਡੀਅਨ ਟਰੈਕਟਸ। ਤਾਂ ਇਹ ਜਿਹੜੀ ਸਾਨੂੰ ਸਿੱਖਾਂ ਦੇ ਇਤਿਹਾਸ ਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਦਿੰਦੀ ਹੈ ਜਿਹੜੀ ਇਹ ਵਾਲੀ ਪੁਸਤਕ ਹੈ ਜੇਮਸ ਬਰਾਊਨ ਦੀ। ਨੈਕਸਟ ਜਿਹੜੀ ਹੈ ਸਾਡੇ ਕੋਲੇ ਮੈਲਕੌਮ ਦੀ ਸਕੈਚ ਆਫ ਸਿੱਖਸ। ਇਹ ਵੀ ਸਾਡੇ ਕੋਲੇ ਜਿਹੜੀ ਪੰਜਾਬ ਦੇ ਇਤਿਹਾਸ ਦਾ ਜਿਹੜਾ ਗਿਆਨ ਕਰਾਉਣ ਦਾ ਬਹੁਮੁੱਲਾ ਸੋਮਾ ਹੈ। ਜਨਰਲ ਲੇਕ ਸੀ ਉਹ ਹੋਲਕਰ ਦਾ ਪਿੱਛਾ ਕਰਦਾ ਪੰਜਾਬ ਦੇ ਵਿੱਚ ਆਇਆ ਸੀ ਔਰ ਮੈਲਕਮ ਉਸ ਦੇ ਨਾਲ ਆਇਆ ਸੀ। ਠੀਕ ਆ, ਤਾਂ ਉਸ ਨੇ ਜਿਹੜੀ ਸਿੱਖਾਂ ਦੇ ਬਾਰੇ 1804-05 ਦੇ ਵਿੱਚ ਉਹ ਪੰਜਾਬ ਆਏ ਸੀ ਦੋਨੇ ਜਾਣੇ, ਤਾਂ ਉਹਨੇ ਜਿਹੜਾ ਸਿੱਖਾਂ ਦੇ ਬਾਰੇ ਜੋ ਕੁਛ ਉਹਨੇ ਅੱਖੀਂ ਦੇਖਿਆ ਉਹ ਉਸਨੇ ਇਸ ਪੁਸਤਕ ਦੇ ਵਿੱਚ ਲਿਖਿਆ। ਤਾਂ ਇਹ ਵੀ ਸਾਡੇ ਕੋਲੇ 1804-05 ਦਾ ਜਿਹੜਾ ਉਸ ਦੇ ਨੇੜੇ ਤੇੜ ਦਾ ਇਤਿਹਾਸ ਸੀ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਤਾਂ ਕਿਹੋ ਜਿਹਾ ਉਹਨੇ ਸਿੱਖਾਂ ਦੇ ਬਾਰੇ ਕੀ ਕੁਛ ਦੇਖਿਆ ਉਹ ਸਾਰੀ ਜਾਣਕਾਰੀ ਸਾਨੂੰ ਇਹ ਪੁਸਤਕ ਦਿੰਦੀ ਹੈ। ਨੈਕਸਟ ਹੈ ਸਟਾਈਨਬਾਖ ਦੀ ਰਚਨਾ ਦੀ ਪੰਜਾਬ। ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਬਾਰੇ ਸਾਨੂੰ ਬਹੁਤ ਸੋਹਣੀ ਜਾਣਕਾਰੀ ਦਿੰਦੀ ਆ ਔਰ ਅਕਾਲੀਆਂ ਦਾ ਕਰੈਕਟਰ, ਅਕਾਲੀਆਂ ਦੀ ਰੂਪ ਰੇਖਾ ਉਸ ਦੇ ਬਾਰੇ ਵੀ ਸਟਾਈਨਬਾਖ ਨੇ ਬਖੂਬੀ ਲਿਖਿਆ ਹੋਇਆ ਇਸ ਪੁਸਤਕ ਦੇ ਵਿੱਚ। ਨੈਕਸਟ ਹੈ ਸਾਡੇ ਕੋਲੇ ਫੋਸਟਰ ਦੀ ਇਹ ਜਰਨੀ ਫਰੋਮ ਬੰਗਾਲ ਟੂ ਇੰਗਲੈਂਡ। ਇਹ ਸਾਡੇ ਕੋਲੇ ਬਹੁਤ ਜਿਹੜਾ ਅਹਿਮ ਸੋਮਾ ਹੈਗਾ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਦਾ। ਖਾਸ ਕਰਕੇ ਇਸ ਦੇ ਵਿੱਚ ਸਾਨੂੰ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਕਿਵੇਂ ਇਹਨਾਂ ਦੋਨਾਂ ਨੇ ਹਮਲਿਆਂ ਦੇ ਦੌਰਾਨ ਕਿਵੇਂ ਸਿੱਖਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਸੀ ਉਸ ਦਾ ਬਖੂਬੀ ਵਰਣਨ ਇਸ ਪੁਸਤਕ ਦੇ ਵਿੱਚ ਦਿੱਤਾ ਹੋਇਆ ਹੈ। ਇਹ ਜਰਨੀ ਫਰੋਮ ਬੰਗਾਲ ਟੂ ਇੰਗਲੈਂਡ। ਨੈਕਸਟ ਹੈ ਸਾਡੇ ਕੋਲੇ ਕੋਰਟ ਐਂਡ ਕੈਂਪ ਆਫ ਰਣਜੀਤ ਸਿੰਘ। ਇਹ ਐਸ ਬੋਰਨ ਦੀ ਰਚਨਾ ਹੈਗੀ ਆ। ਐਸ ਬੋਰਨ ਨੇ ਜਿਹੜੀ ਇਹ ਰਚਨਾ 1836 ਤੋਂ 1842 ਤੱਕ ਜਿਹੜਾ ਐਸ ਬੋਰਨ ਆ ਉਹ ਗਵਰਨਰ ਜਨਰਲ ਆਕਲੈਂਡ ਦਾ ਮਿਲਟਰੀ ਸੈਕਟਰੀ ਰਿਹਾ। ਠੀਕ ਹੈ, ਔਰ ਇਸ ਦੇ ਵਿੱਚ ਬਹੁਤ ਕੁਛ ਜਿਹੜੀ ਸਾਨੂੰ ਉਹਨੇ ਅਸਲੀਅਤ ਜਿਹੜੀ ਇਸ ਦੇ ਵਿੱਚ ਅਸਲੀਅਤ ਦੀ ਜਾਣਕਾਰੀ ਸਾਨੂੰ ਮਿਲਦੀ ਆ। ਇਤਿਹਾਸ ਲਿਖਣ ਵਾਲਿਆਂ ਵਾਸਤੇ ਜਾਂ ਉਸ ਦਾ ਅਧਿਐਨ ਕਰਨ ਵਾਲਿਆਂ ਵਾਸਤੇ ਇਹ ਰਚਨਾ ਬਹੁਤ ਮਹੱਤਵਪੂਰਨ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਨਿਆਂ ਪ੍ਰਬੰਧ ਕਿਹੋ ਜਿਹਾ ਸੀ, ਉਸ ਦੀਆਂ ਅਦਾਲਤਾਂ ਕਿਵੇਂ ਲੱਗਦੀਆਂ ਸੀ, ਨਿਆਂ ਕਿਵੇਂ ਦਿੱਤਾ ਜਾਂਦਾ ਸੀ, ਉਹ ਸਾਰਾ ਕੁਝ ਸਾਨੂੰ ਇਹ ਜਾਣਕਾਰੀ ਦਾ ਬਹੁਤ ਅਹਿਮ ਸੋਮਾ। ਮਹਾਰਾਜਾ ਰਣਜੀਤ ਸਿੰਘ ਦੀ ਨਿਆਇਕ ਵਿਵਸਥਾ ਦੇ ਬਾਰੇ ਸਾਨੂੰ ਬਹੁਤ ਸੁੰਦਰ ਜਾਣਕਾਰੀ ਸਾਨੂੰ ਕੋਰਟ ਐਂਡ ਕੈਂਪ ਆਫ ਰਣਜੀਤ ਸਿੰਘ ਦੇ ਵਿੱਚੋਂ ਮਿਲਦੀ ਹੈ ਜੋ ਔਸਬੋਰਨ ਦੀ ਲਿਖੀ ਹੋਈ ਹੈ। ਨੈਕਸਟ ਹੈ ਮੂਰਕ੍ਰਾਫਟ ਦੀ ਹਿਮਾਲਿਆ ਦੇ ਪ੍ਰਦੇਸ਼ਾਂ ਦੀ ਯਾਤਰਾ। ਠੀਕ ਹੈ, ਤਾਂ ਇਹ ਜਿਹੜਾ ਮੂਰਕ੍ਰਾਫਟ ਆ ਉਸ ਨੇ ਇੱਕ ਯਾਤਰਾ ਕੀਤੀ ਸੀ 1837 ਦੇ ਵਿੱਚ, ਇਸ ਨੂੰ ਛਾਪਿਆ। ਇਸ ਦੇ ਵਿੱਚ 1819 ਤੋਂ ਲੈ ਕੇ 1825 ਦੇ ਦਰਮਿਆਨ ਉਹ ਘੁੰਮਿਆ ਹਿਮਾਲਿਆ ਦੇ ਪ੍ਰਦੇਸ਼ਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਪੰਜਾਬ ਵੀ ਆਉਂਦਾ। ਤਾਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਿਹੜੀ ਇਸ ਕਾਲ ਦੀ 1819 ਤੋਂ 25 ਦੀਆਂ ਘਟਨਾਵਾਂ ਸੀ ਉਹਨਾਂ ਦਾ ਜਿਹੜਾ ਜ਼ਿਕਰ ਸੀ ਉਸ ਨੇ ਬਾਅਦ ਦੇ ਵਿੱਚ 1837 ਦੇ ਵਿੱਚ ਜਾ ਕੇ ਇਸ ਨੂੰ ਇੱਕ ਬੁੱਕ ਦਾ ਰੂਪ ਦਿੱਤਾ, ਇਸ ਨੂੰ ਕਿਤਾਬ ਦਾ ਰੂਪ ਦਿੱਤਾ। ਤਾਂ ਸਾਨੂੰ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀਆਂ 1819 ਤੋਂ 25 ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਸਾਨੂੰ ਬਖੂਬੀ ਬਹੁਤ ਡਿਟੇਲਡ ਇਸ ਦੇ ਵਿੱਚੋਂ ਜਾਣਕਾਰੀ ਮਿਲਦੀ ਹੈ। ਨੈਕਸਟ ਹੈ ਬਰਨਸ ਦੀ ਬੁਖਾਰਾ ਯਾਤਰਾ। ਬਰਨਰ ਇੱਕ ਅੰਗਰੇਜ਼ੀ ਕਰਮਚਾਰੀ ਸੀ ਜਿਹੜਾ 1831 ਦੇ ਵਿੱਚ ਲਾਹੌਰ ਆਇਆ ਸੀ। ਠੀਕ ਆ, ਉਸ ਨੇ ਜਿਹੜੀ ਆਪਦੀ ਇੰਗਲਿਸ਼ ਦੇ ਵਿੱਚ ਬੁੱਕ ਲਿਖੀ ਆ ਟਰੈਵਲ ਇਨਟੂ ਬੁਖਾਰਾ।
ਤਾਂ ਪੰਜਾਬ ਤੇ ਅਫਗਾਨਿਸਤਾਨ, ਬੁਖਾਰਾ ਬੇਸਿਕਲੀ ਅਫਗਾਨਿਸਤਾਨ ਦੀ ਇਹ ਜਿਹੜਾ ਸਾਡਾ ਨਾਲ ਲੱਗਦਾ ਬਲਖ ਬੁਖਾਰੇ ਦਾ ਇਲਾਕਾ ਉਸ ਨੂੰ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਲਖ ਬੁਖਾਰੇ ਤੱਕ ਜਿਹੜੀਆਂ ਸਾਡੀਆਂ ਹੱਦਾਂ ਸੀਗੀਆਂ, ਤਾਂ ਉਸ ਨੇ ਜਿਹੜਾ ਇਸ ਸਾਰੇ ਖਿੱਤੇ ਦੇ ਵਿੱਚ ਜਿਹੜੀ ਯਾਤਰਾ ਕੀਤੀ ਸੀ ਬਰਨਜ਼ ਨੇ, ਔਰ ਉਸ ਦੇ ਵਿੱਚ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀਆਂ ਕਾਫੀ ਮਹੱਤਵਪੂਰਨ ਜਾਣਕਾਰੀਆਂ ਇਸ ਬੁੱਕ ਦੇ ਵਿੱਚੋਂ ਸਾਨੂੰ ਮਿਲਦੀਆਂ। ਅਗਲੀ ਹੈ ਸਾਡੇ ਕੋਲੇ ਬੈਰਨ ਹਿਊਗਲ ਦੀ ਕਸ਼ਮੀਰ ਤੇ ਪੰਜਾਬ ਦੀ ਯਾਤਰਾ। ਬੈਰਨ ਹਿਊਗਲ ਬੇਸਿਕਲੀ ਇੱਕ ਜਰਮਨ ਵਿਅਕਤੀ ਸੀ ਜਿਹੜਾ 1835 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆਇਆ ਸੀ ਔਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਸੀ। ਫਿਰ ਉਸਨੇ ਕਸ਼ਮੀਰ ਤੇ ਪੰਜਾਬ ਦੀ ਯਾਤਰਾ ਕੀਤੀ ਔਰ ਇਸ ਦੇ ਵਿੱਚ ਸਾਨੂੰ ਉਹ ਇੱਥੋਂ ਹੀ ਉਹ ਕਸ਼ਮੀਰ ਗਿਆ, ਉਸਨੇ ਜਿਹੜਾ ਪੰਜਾਬ ਤੇ ਕਸ਼ਮੀਰ ਦੇ ਵਿੱਚ ਕੀ ਕੁਛ ਦੇਖਿਆ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਦਾ ਚਰਿੱਤਰ, ਉਹਦਾ ਵਿਅਕਤੀਤਵ ਕਿਹੋ ਜਿਹਾ। ਇਸ ਤੋਂ ਬਿਨਾਂ ਇਹਦੇ ਵਿੱਚ ਕਈ ਜਿਹੜੇ ਹੈਗੇ ਆ ਲਾਹੌਰ ਦੇ ਬਾਰੇ ਜਾਣਕਾਰੀ ਮਿਲਦੀ ਆ, ਕਸ਼ਮੀਰ ਪ੍ਰਾਂਤ ਦੇ ਬਾਰੇ ਜਾਣਕਾਰੀ ਮਿਲਦੀ ਆ, ਔਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਬਾਰੇ ਵੀ ਸਾਨੂੰ ਬਹੁਤ ਡਿਟੇਲਡ ਜਾਣਕਾਰੀ ਜਿਹੜੀ ਇਸ ਦੇ ਵਿੱਚੋਂ ਸਾਨੂੰ ਮਿਲਦੀ ਹੈ। ਨੈਕਸਟ ਹੈ ਮੈਸਨ ਦੀ ਬਲੋਚਿਸਤਾਨ, ਅਫਗਾਨਿਸਤਾਨ ਤੇ ਪੰਜਾਬ ਦੀਆਂ ਯਾਤਰਾਵਾਂ। ਮੈਸਨ ਨੇ ਯਾਤਰਾਵਾਂ ਕੀਤੀਆਂ ਸੀਗੀਆਂ ਔਰ ਇਸ ਨੂੰ ਜਿਹੜਾ 1858 ਦੇ ਵਿੱਚ ਇਸ ਨੂੰ ਛਾਪਿਆ ਸੀ। ਉਹਨੇ ਇਹਨਾਂ ਤਿੰਨਾਂ ਸਟੇਟਾਂ ਦੀ, ਬਲੋਚਿਸਤਾਨ ਦੀ, ਅਫਗਾਨਿਸਤਾਨ ਤੇ ਪੰਜਾਬ ਦੀ, ਔਰ ਇੱਥੋਂ ਦਾ ਜਿਹੜਾ ਉਸਨੇ ਯਾਤਰਾ ਕਰਨ ਤੋਂ ਬਾਅਦ ਜਿਹੜਾ ਅੱਖੀਂ ਡਿੱਠਾ ਹਾਲ ਸੀ ਉਸ ਨੂੰ ਸਫ਼ਰਨਾਮੇ ਦੇ ਰੂਪ ਦੇ ਵਿੱਚ ਜਿਸ ਨੂੰ ਲਿਖਿਆ ਹੈਗਾ। ਔਰ ਇਸ ਦੇ ਵਿੱਚੋਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ, ਪਸ਼ਾਵਰ ਤੇ ਮੁਲਤਾਨ, ਉਹਨਾਂ ਦਾ ਕੀ ਉਪਯੋਗ ਸੀ, ਦੋਨੇ ਕਿੱਡੇ ਉਪਯੋਗੀ ਪ੍ਰਾਂਤ ਸੀ, ਉਸ ਦੇ ਬਾਰੇ ਜਾਣਕਾਰੀ ਮਿਲਦੀ ਆ, ਔਰ ਅਫਗਾਨਿਸਤਾਨ ਦਾ ਕਿਹੋ ਜਿਹਾ ਸਿਸਟਮ ਚੱਲਦਾ ਸੀ ਉਸ ਦੇ ਬਾਰੇ ਵੀ ਸਾਨੂੰ ਜਾਣਕਾਰੀ ਦਿੰਦੀ ਹੈ ਇਹ ਵਾਲੀ ਪੁਸਤਕ। ਨੈਕਸਟ ਹੈ ਕਨਿੰਗਮ ਦੀ ਹਿਸਟਰੀ ਆਫ ਸਿੱਖਸ। ਕਨਿੰਗਮ ਨੇ ਜਿਹੜਾ ਪੰਜਾਬ ਦਾ ਇਤਿਹਾਸ ਜਾਂ ਸਿੱਖਾਂ ਦਾ ਇਤਿਹਾਸ ਲਿਖਿਆ ਹੈਗਾ। ਤਾਂ ਸਿੱਖਾਂ ਦਾ ਇਤਿਹਾਸ ਕਨਿੰਗਮ ਦੁਆਰਾ ਲਿਖਿਆ ਗਿਆ। ਅਸੀਂ ਬਹੁਤ ਆਮ ਤੌਰ 'ਤੇ ਜਿਹੜੀ ਅਸੀਂ ਪੁਸਤਕ ਦੇ ਵਿੱਚ ਜਦੋਂ ਵੀ ਕੋਟੇਸ਼ਨਸ ਦੀ ਵਰਤੋਂ ਕਰਦੇ ਹਾਂ, ਇਸ ਪੁਸਤਕ ਦੇ ਵਿੱਚ ਵੀ ਤਾਂ ਕਨਿੰਗਮ ਦੀਆਂ ਕੋਟੇਸ਼ਨਸ ਨੂੰ ਕਾਫੀ ਯੂਜ਼ ਕੀਤਾ ਜਾਂਦਾ। ਉਸ ਨੇ ਪੰਜਾਬ ਦੇ ਬਾਰੇ ਜਾਂ ਸਿੱਖਾਂ ਦੇ ਬਾਰੇ ਕੀ ਕਿਹਾ। ਕਨਿੰਗਮ ਸੀ ਕੌਣ? ਉੱਤਰ ਪੱਛਮੀ ਏਜੰਸੀ ਜਿਹੜੀ ਸੀਗੀ ਈਸਟ ਇੰਡੀਆ ਕੰਪਨੀ ਦੀ, ਉਸ ਦਾ ਜਿਹੜਾ ਮੁਖੀ ਦਾ ਨਿੱਜੀ ਸਹਾਇਕ ਸੀ, ਭਾਵ PA ਸੀ, ਉੱਤਰ ਪੱਛਮ ਏਜੰਸੀ ਦੇ ਮੁਖੀ ਦਾ PA ਸੀ ਕਨਿੰਗਮ। ਔਰ 1836 ਤੋਂ ਲੈ ਕੇ 46 ਤੱਕ ਉਹ 10 ਸਾਲ ਇਸ PA ਦੀ ਪਦਵੀ ਦੇ ਉੱਤੇ ਰਿਹਾ। ਸਿੱਖਾਂ ਦੇ ਉਸ ਸੰਪਰਕ ਦੇ ਵਿੱਚ ਕਾਫੀ ਵਾਰ ਉਸ ਨੂੰ ਆਉਣ ਦਾ ਮੌਕਾ ਮਿਲਿਆ ਔਰ 1847 ਦੇ ਵਿੱਚ ਫਿਰ ਉਸਨੇ ਇਹ ਕਿਤਾਬ ਜਿਹੜੀ ਸੀ ਛਾਪੀ। ਔਰ ਇਸ ਦੇ ਵਿੱਚੋਂ ਉਸਨੇ ਸਾਰੀਆਂ ਗੱਲਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੇ ਇਸ ਮੁਸਲਮਾਨ ਇਤਿਹਾਸਕਾਰ ਸੀ ਉਹਨਾਂ ਨੇ ਇੱਕ ਮੁਸਲਮਾਨ ਬਣ ਕੇ ਇਤਿਹਾਸ ਲਿਖਿਆ, ਸਿੱਖ ਇਤਿਹਾਸਕਾਰਾਂ ਨੇ ਆਪਦੇ ਪੱਖ ਦੀਆਂ ਗੱਲਾਂ ਲਿਖੀਆਂ, ਬਟ ਜਿਹੜਾ ਕਨਿੰਗਮ ਆ ਉਸ ਦਾ ਜਿਹੜਾ ਇਤਿਹਾਸ ਇਹ ਲਿਖਿਆ ਗਿਆ, ਸਿੱਖਾਂ ਦੀ ਹਿਸਟਰੀ ਜਿਹੜੀ ਉਹਨੇ ਲਿਖੀ ਆ ਉਹ ਬਿਲਕੁਲ ਨਿਰਪੱਖ ਰੂਪ ਦੇ ਵਿੱਚ ਲਿਖੀ ਹੈ। ਜੋ ਕੁਛ ਉਹਨੇ ਅਸਲੀਅਤ ਦੇਖੀ ਉਸ ਨੂੰ ਮਤਲਬ ਲਿਖਿਆ, ਛਾਪਿਆ ਉਸਨੇ। ਤਾਂ ਇਤਿਹਾਸਕ ਦ੍ਰਿਸ਼ਟੀ ਤੋਂ ਸਾਡੇ ਕੋਲ ਇਹ ਇੱਕ ਬਹੁਤ ਅਹਿਮ ਦਸਤਾਵੇਜ਼ ਹੈ ਸਿੱਖਾਂ ਦਾ ਇਤਿਹਾਸ ਜਿਹੜੀ ਕਨਿੰਗਮ ਦੁਆਰਾ ਲਿਖੀ ਗਈ ਆ। ਉਹਨੇ ਕਿਸੇ ਦਾ ਪੱਖਪਾਤ ਨਹੀਂ ਕੀਤਾ, ਜੋ ਗੁਣ ਸੀ ਉਹ ਗੁਣ ਲਿਖਿਆ, ਜੋ ਔਗਣ ਸੀ ਉਹ ਔਗਣ ਲਿਖੇ ਆ। ਤਾਂ ਸਾਡੇ ਕੋਲ ਇਤਿਹਾਸਕ ਦ੍ਰਿਸ਼ਟੀ ਤੋਂ ਇੱਕ ਬਹੁਤ ਹੀ ਜਿਹਨੂੰ ਅਸੀਂ ਕਹਿ ਸਕਦੇ ਮੰਨਣਯੋਗ ਸਰੋਤ ਹੈ ਸਿੱਖਾਂ ਦਾ ਇਤਿਹਾਸ ਕਨਿੰਗਮ ਦੁਆਰਾ ਲਿਖੀ ਗਈ। ਉਸ ਤੋਂ ਬਿਨਾਂ ਬੇਟਾ ਅੰਗਰੇਜ਼ੀ ਸਰਕਾਰ ਦਾ ਰਿਕਾਰਡ, ਗਵਰਨਰ ਜਨਰਲਾਂ ਦੀਆਂ ਚਿੱਠੀਆਂ, ਤਾਂ ਇਹ ਵੀ ਸਾਡੇ ਕੋਲ ਇੱਕ ਅਹਿਮ ਸੋਮਾ ਹੈਗਾ ਇਤਿਹਾਸ ਦਾ ਜਿਹੜਾ ਅੰਗਰੇਜ਼ੀ ਸਾਹਿਤ ਦੇ ਵਿੱਚ ਆ ਜਾਂਦਾ। ਤਾਂ ਅੰਗਰੇਜ਼ੀ ਸਰਕਾਰ ਨੇ ਜਾਂ ਬ੍ਰਿਟਿਸ਼, ਜਿੰਨਾ ਚਿਰ ਪੰਜਾਬ ਆ ਬ੍ਰਿਟਿਸ਼ ਰਾਜ ਦਾ ਅੰਗ ਰਿਹਾ ਜਾਂ ਈਸਟ ਇੰਡੀਆ ਕੰਪਨੀ ਹਿੰਦੁਸਤਾਨ 'ਤੇ ਕਾਬਜ਼ ਰਹੀ, ਤਾਂ ਉਸ ਦਾ ਜਿਹੜਾ ਸਾਰਾ ਰਿਕਾਰਡ ਆ ਅੱਜ ਵੀ ਬ੍ਰਿਟੇਨ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਪਿਆ। ਤਾਂ ਉਸ ਨੂੰ ਜਦੋਂ ਵੀ ਅਸੀਂ ਚਾਹੀਏ ਉਸ ਨੂੰ ਅਸੀਂ ਦੇਖ ਸਕਦੇ ਹਾਂ। ਕੱਲ੍ਹ ਨੂੰ ਜਿਹੜਾ ਵੀ ਕੋਈ ਚਾਹੁੰਦਾ ਉੱਥੋਂ ਆਗਿਆ ਲੈ ਕੇ ਉਸ ਨੂੰ ਘੋਖ ਸਕਦਾ। ਤਾਂ ਉਹਨਾਂ ਦੇ ਵਿੱਚ ਜਿਹੜੀਆਂ ਗਵਰਨਰਾਂ ਨੇ ਨਿੱਜੀ ਚਿੱਠੀਆਂ ਪੱਤਰ ਜਿਹੜੇ ਉਸ ਵੇਲੇ ਤਾਂ ਮਤਲਬ ਬਹੁਤ ਬਿਲਕੁਲ ਕੌਨਫੀਡੈਂਸ਼ੀਅਲ ਸੀ, ਬਟ ਹੁਣ ਜਿਹੜੇ ਉਹਨਾਂ ਨੂੰ ਅਸੀਂ ਦੇਖ ਸਕਦੇ ਹਾਂ। ਤਾਂ ਕਿਹੜੇ ਤਰੀਕੇ ਦੇ ਨਾਲ ਗਵਰਨਰ ਜਨਰਲਾਂ ਨੇ ਇਹਨਾਂ ਸਾਡੀਆਂ ਰਿਆਸਤਾਂ ਦੇ ਉੱਤੇ ਕਬਜ਼ਾ ਕੀਤਾ,
ਠੀਕ ਹੈ। ਔਰ ਉਹਨਾਂ ਨੇ ਹੋਰ ਜਿਹੜੀਆਂ ਕੋਈ ਆਰਡਰ ਜਾਰੀ ਕੀਤੇ ਸੀ ਜਾਂ ਉਹਨਾਂ ਨੂੰ ਕਿੰਨਾ ਲਗਾਨ ਮਿਲਦਾ ਸੀ, ਅੰਗਰੇਜ਼ੀ ਸਰਕਾਰ ਦਾ ਸਾਰਾ ਰਿਕਾਰਡ ਉਹਨਾਂ ਲਾਇਬ੍ਰੇਰੀਆਂ ਦੇ ਵਿੱਚ ਪਿਆ ਹੈਗਾ। ਈਸਟ ਇੰਡੀਆ ਕੰਪਨੀ ਦੀ ਲਾਇਬ੍ਰੇਰੀਆਂ ਦੇ ਵਿੱਚ ਪਿਆ। ਈਸਟ ਇੰਡੀਆ ਕੰਪਨੀ ਦਾ ਟੋਟਲ ਰਿਕਾਰਡ ਵੀ ਸਾਨੂੰ ਜਿਹੜਾ ਹੈਗਾ ਉਹ ਇਤਿਹਾਸ ਦੀ ਸਹੀ ਜਾਣਕਾਰੀ ਦਿੰਦਾ, ਜਾਂ ਕਿਸੇ ਗਵਰਨਰ ਜਨਰਲ ਦੁਆਰਾ ਕਿਹੜੀ ਸਟੇਟ ਨੂੰ ਕਦੋਂ ਉਸ ਦੇ ਉੱਤੇ ਕਬਜ਼ਾ ਕੀਤਾ ਗਿਆ। 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ, ਸਾਰਾ ਕੁਝ ਉੱਥੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਦੇ ਵਿੱਚ ਪਿਆ। ਤਾਂ ਉਸ ਰਿਕਾਰਡ ਨੂੰ ਅਸੀਂ ਚੰਗੀ ਤਰ੍ਹਾਂ ਜੇ ਦੇਖ ਕੇ ਵੀ ਉਸ ਤੋਂ ਸਾਨੂੰ ਸਟੀਕ ਜਿਹੜੀ ਇਤਿਹਾਸਕ ਜਾਣਕਾਰੀ ਉਹ ਮਿਲ ਸਕਦੀ ਹੈ ਇਸ ਕਾਲ ਦੀ, ਖਾਸ ਕਰਕੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਦੇ ਸਮੇਂ ਦੀ। ਤਾਂ 1800 ਤੋਂ ਲੈ ਕੇ ਔਨਵਰਡ ਜਿਹੜਾ ਸੀ 1849 ਤੱਕ ਦੀ ਜਿਹੜੀ ਜਾਣਕਾਰੀ ਆ ਸਾਨੂੰ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਰਿਕਾਰਡ ਨੂੰ ਫਰੋਲ ਕੇ ਸਾਨੂੰ ਸਹੀ ਜਾਣਕਾਰੀ ਮਿਲਦੀ ਹੈ। ਤਾਂ ਜਿਹੜੀਆਂ ਬੇਟਾ ਇਹ ਹੋ ਗਏ ਅੰਗਰੇਜ਼ੀ ਸਾਹਿਤ ਜਾਂ ਅੰਗਰੇਜ਼ੀ ਭਾਸ਼ਾ ਦੇ ਸੋਮੇ, ਜਿਨ੍ਹਾਂ ਦੇ ਆਧਾਰ ਦੇ ਉੱਤੇ ਅਸੀਂ ਪੰਜਾਬ ਦੀ ਇੱਕ ਨਿਰੋਲ ਜਿਹੜੀ ਅਸੀਂ ਸਹੀ ਹਿਸਟਰੀ ਨੂੰ ਲਿਖ ਸਕਦੇ ਹਾਂ ਜਾਂ ਉਸ ਨੂੰ ਵਾਚ ਸਕਦੇ ਹਾਂ। ਠੀਕ ਹੈ। ਨੈਕਸਟ ਅਸੀਂ ਦੇਖਦੇ ਹਾਂ ਸਾਡੇ ਕੋਲ ਇਤਿਹਾਸ ਦੇ ਹੋਰ ਕਿਹੜੇ ਸੋਮੇ ਆ। ਲੋਕ ਗੀਤ, ਬੋਲੀਆਂ ਤੇ ਖਾਣ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਤਾਂ ਬੇਟਾ ਸਾਡੇ ਕੋਲ ਬਹੁਤ ਸਾਰੀਆਂ ਲੋਕ ਬੋਲੀਆਂ, ਲੋਕ ਗੀਤ, ਲੋਕ ਅਖਾਣ ਆ ਜਿਹੜੇ ਸਾਨੂੰ ਪੰਜਾਬ ਦੀ ਇਤਿਹਾਸ ਦੀ ਜਾਣਕਾਰੀ ਦਿੰਦੇ ਆ ਉਸ ਵੇਲੇ ਦੀ। ਤਾਂ ਇਹਨਾਂ ਦੇ ਵਿੱਚੋਂ ਸਾਨੂੰ ਪੰਜਾਬੀਆਂ ਦੇ ਸੁਭਾਅ ਦਾ ਪਤਾ ਚੱਲਦਾ ਹੈ। ਜਿਵੇਂ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਸ ਤੋਂ ਸਾਨੂੰ ਪਤਾ ਚੱਲਦਾ ਕਿ ਪੰਜਾਬੀ ਲੋਕ ਕਿੰਨੇ ਸਿਰੜੀ ਸੀ, ਕਿੰਨੇ ਨਾ ਡਰਨ ਵਾਲੇ ਸੀ। ਜਿੰਨਾ ਉਹਨਾਂ ਦੇ ਉੱਤੇ ਜ਼ੁਲਮ ਹੁੰਦਾ ਸੀ ਓਨਾ ਉਹ ਦੁੱਗਣੇ ਚੌਗਣੇ ਹੋ ਕੇ ਉੱਠਦੇ ਸੀ, ਭਾਵ ਮੀਰ ਮੰਨੂ ਉਹਨਾਂ ਦੀ ਸ਼ਕਤੀ ਨੂੰ ਕੁਚਲ ਨਹੀਂ ਸਕਿਆ। ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। ਇਸ ਤੋਂ ਸਾਨੂੰ ਪੰਜਾਬ ਦੇ ਲੋਕਾਂ ਦਾ ਖਾ ਪੀ ਕੇ ਮੌਜ ਉਡਾਉਣ ਵਾਲੇ ਸੁਭਾਅ ਬਾਰੇ ਪਤਾ ਚੱਲਦਾ ਕਿ ਕਿਵੇਂ ਉਹ ਜੋੜ ਕੇ ਨਹੀਂ ਰੱਖਦੇ, ਜੋ ਕੁਛ ਹੈ ਉਸ ਨੂੰ ਖਾ ਪੀ ਕੇ ਮੌਜ ਉਡਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਆ। ਅਸੀਂ ਭਾਈਕਿਆਂ ਦੇ ਚੱਠੇ, ਖਾਣ ਪੀਣ ਨੂੰ ਅੱਡੋ ਅੱਡੀ, ਲੜਾਈ ਨੂੰ ਇਕੱਠੇ। ਇੱਥੋਂ ਸਾਨੂੰ ਸਿੱਖਾਂ ਦੇ ਸੁਭਾਅ ਦਾ ਪਤਾ ਚੱਲਦਾ ਕਿ ਖਾਂਦੇ ਪੀਂਦੇ ਭਲਾ ਦੀ ਅਲੱਗ-ਅਲੱਗ ਆ, ਭਾਵ ਰਹਿੰਦੇ ਅਲੱਗ-ਅਲੱਗ ਆ, ਪਰ ਜਦੋਂ ਲੜਾਈ ਹੁੰਦੀ ਆ ਉਦੋਂ ਉਹ ਇੱਕ ਮੁੱਠ ਹੋ ਜਾਂਦੇ ਆ, ਇਕੱਠੇ ਹੋ ਜਾਂਦੇ ਆ। ਆਏ ਨੀ ਨਿਹੰਗ, ਬੂਹਾ ਖੋਲ੍ਹਦੇ ਨਿਸੰਗ। ਇਸ ਅਖਾਣ ਤੋਂ ਸਾਨੂੰ ਕੀ ਪਤਾ ਚੱਲਦਾ ਕਿ ਕਿੰਨੀ ਉਸ ਵੇਲੇ ਨਿਹੰਗ ਸਿੰਘ ਜਿਹੜੇ ਸੀ ਉਹਨਾਂ ਦੀ ਕਿੰਨੀ ਇੱਜ਼ਤ ਕੀਤੀ ਜਾਂਦੀ ਸੀ, ਔਰ ਉਹਨਾਂ ਨੂੰ ਕਿਸੇ ਵੀ ਔਰਤ ਨੂੰ ਡਰ ਨਹੀਂ ਸੀ ਹੁੰਦਾ। ਭਾਵ ਜੇ ਕੋਈ ਇਕੱਲਾ ਕਹਿ ਰਿਹਾ ਨਿਹੰਗ ਵੀ ਆ ਗਿਆ, ਭਲਾ ਦੀ ਔਰਤ ਘਰੇ ਕੋਈ ਮਰਦ ਹੈ ਨਹੀਂ, ਬੱਚੇ ਆ ਜਾਂ ਔਰਤਾਂ ਹੀ ਘਰੇ ਆ, ਤਾਂ ਉਹ ਇਹ ਮੰਨਦੇ ਸੀ ਕਿ ਜਿਹੜੇ ਨਿਹੰਗ ਸਿੰਘ ਜਦੋਂ ਆਉਂਦੇ ਆ ਉਹਨਾਂ ਨੂੰ ਨਿਸੰਗ ਹੋ ਕੇ, ਭਾਵ ਨਿਡਰ ਹੋ ਕੇ ਜਿਹੜਾ ਉਹਨਾਂ ਨੂੰ ਬੂਹਾ ਖੋਲ੍ਹ ਦਿਓ, ਦਰਵਾਜ਼ਾ ਖੋਲ੍ਹ ਦਿਓ, ਉਹਨਾਂ ਤੋਂ ਡਰਨ ਦੀ ਲੋੜ ਨਹੀਂ, ਉਹ ਸਾਡੇ ਰੱਖਿਅਕ ਆ। ਤਾਂ ਇਹ ਜਿਹੜੀਆਂ ਸਾਨੂੰ ਚੀਜ਼ਾਂ ਹੈਗੀਆਂ, ਇਹ ਲੋਕ ਬੋਲੀਆਂ, ਲੋਕ ਅਖਾਣ, ਲੋਕ ਗੀਤ, ਇਹ ਸਾਰੇ ਸਾਨੂੰ ਪੰਜਾਬ ਦੇ ਇਤਿਹਾਸ ਦੀ ਸਹੀ ਜਾਣਕਾਰੀ ਦਿੰਦੇ ਆ। ਨੈਕਸਟ ਹੈ ਪੁਰਾਤੱਤਵ ਦੇ ਸਰੋਤ। ਪੁਰਾਤੱਤਵ ਦੇ ਸਰੋਤ ਆ ਜਿਵੇਂ ਪੁਰਾਣੇ ਸਾਡੇ ਕੋਲ ਸਿੱਕੇ ਪਏ ਆ, ਸਿੱਕੇ ਹੋ ਗਏ, ਉਹਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ, ਬੰਦਾ ਬਹਾਦਰ ਦੇ ਸਿੱਕੇ, ਜੱਸਾ ਸਿੰਘ ਆਹਲੂਵਾਲੀਆ ਦੇ ਸਿੱਕੇ ਅਤੇ ਹਰੀ ਸਿੰਘ ਨਲਵਾ ਦੇ ਸਿੱਕੇ। ਇਹ ਸਾਡੇ ਕੋਲ ਇਸ ਕਾਲ ਦੇ ਜਿਹੜੇ ਮਹੱਤਵਪੂਰਨ ਸੋਮੇ ਆ। ਇੱਥੋਂ ਸਾਨੂੰ ਪਤਾ ਲੱਗਦਾ ਜਿਵੇਂ ਜੱਸਾ ਸਿੰਘ ਆਹਲੂਵਾਲੀਏ ਨੇ ਜਿਹੜਾ ਸਿੱਕਾ ਜਿਹੜਾ ਸਾਨੂੰ ਪ੍ਰਾਪਤ ਹੋਇਆ ਉਹਦੇ 'ਤੇ ਲਿਖਿਆ, ਸਿੱਕਾ ਜਦ ਜਹਾਨ ਬਫ ਜਲੇ ਅਕਾਲ, ਮੁਲਕੇ ਅਹਿਮਦ ਗ੍ਰਿਫਤ ਜੱਸਾ ਕਲਾਲ। ਔਰ ਇਵੇਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਬੰਦਾ ਬਹਾਦਰ ਨੇ ਗੋਬਿੰਦ ਸ਼ਾਹੀ, ਨਾਨਕ ਸ਼ਾਹੀ ਸਿੱਕੇ ਜਿਹੜੇ ਸੀ ਚਲਾਏ ਸੀ। ਸਿੱਕੇ ਸਾਨੂੰ ਸਹੀ ਜਾਣਕਾਰੀ ਦਿੰਦੇ ਆ ਕਿਉਂਕਿ ਇਹਨਾਂ ਦੇ 'ਤੇ ਸੰਮਤ ਲਿਖਿਆ ਹੁੰਦਾ, ਤਾਂ ਸਾਨੂੰ ਪਤਾ ਚੱਲਦਾ ਕਿਹੜੇ ਸੰਮਤ ਦੇ ਵਿੱਚ ਕਿਹਦਾ ਰਾਜ ਸੀ। ਤਾਂ ਸਿੱਕੇ ਸਾਡੇ ਕੋਲ ਇਤਿਹਾਸ ਦੀ ਜਾਣਕਾਰੀ ਦਾ ਇੱਕ ਮਹੱਤਵਪੂਰਨ ਸੋਮਾ ਹੈ। ਅੱਗੇ ਹੈ ਪੁਰਾਤੱਤਵ ਸਰੋਤਾਂ ਦੇ ਤਹਿਤ ਹੀ ਪੁਰਾਣੇ ਭਵਨ ਤੇ ਯਾਦਗਾਰਾਂ। ਇਹ ਵੀ ਸਾਡੇ ਕੋਲ ਇੱਕ ਇਤਿਹਾਸ ਦਾ ਬਹੁਤ ਅਹਿਮ ਸੋਮਾ ਹੈ। ਜਿੰਨੀਆਂ ਸਾਡੇ ਕੋਲ ਪੁਰਾਣੀਆਂ ਬਿਲਡਿੰਗਸ ਪਈਆਂ ਤਾਂ ਇਹਨਾਂ ਤੋਂ ਸਾਨੂੰ ਇਤਿਹਾਸ ਦੀ ਕਾਫੀ ਜਿਹੜੀ ਜਾਣਕਾਰੀ ਮਿਲਦੀ ਹੈ। ਜਿਵੇਂ ਜਿੰਨੇ ਸਾਡੇ ਕੋਲ ਪੁਰਾਣੇ ਗੁਰਦੁਆਰੇ ਆ, ਉਹ ਸਾਰੇ ਗੁਰਦੁਆਰੇ ਉਹਨਾਂ ਸਥਾਨਾਂ 'ਤੇ ਬਣੇ ਆ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਹੈ। ਔਰ ਜਿਹੜੀਆਂ ਸਾਡੇ ਕੋਲ ਜਿਵੇਂ ਕਿਲ੍ਹੇ ਆ, ਸਾਡੇ ਕੋਲ ਪੁਰਾਣੇ ਕਿਲ੍ਹੇ ਆ, ਪੁਰਾਣੀਆਂ ਹਵੇਲੀਆਂ, ਉਸ ਕਾਲ ਦੇ ਜੀਵਨ, ਲੋਕਾਂ ਦੇ ਰਹਿਣ ਸਹਿਣ ਦੇ ਢੰਗ, ਉਹਨਾਂ ਦੇ ਛਾਪਾਮਾਰ ਯੁੱਧਾਂ ਦੇ ਢੰਗ, ਕਿਵੇਂ ਜਿਹੜਾ ਇਹਨਾਂ ਦੇ ਵਿੱਚ ਸੈਨਿਕਾਂ ਨੂੰ ਠਹਿਰਾਇਆ ਜਾਂਦਾ ਸੀ, ਸਾਰਾ ਕੁਛ ਉਹਨਾਂ ਦੀ ਕਿਹੋ ਜਿਹੀ ਸੈਨਿਕ ਪ੍ਰਣਾਲੀ ਸੀ, ਇਸ ਬਾਰੇ ਸਾਨੂੰ ਜਾਣਕਾਰੀ ਦਿੰਦੇ ਆ।
ਔਰ ਇਸ ਤੋਂ ਬਿਨਾਂ ਜਿੰਨੀਆਂ ਸਾਡੇ ਕੋਲੇ ਪੁਰਾਣੇ ਗੁਰਦੁਆਰੇ ਆ ਔਰ ਉਹਨਾਂ ਦੇ ਵਿੱਚ ਉੱਥੇ ਇਤਿਹਾਸ ਲਿਖਿਆ ਹੁੰਦਾ, ਜਿਵੇਂ ਅਸੀਂ ਤਲਵੰਡੀ ਸਾਬੋ ਜਾਂਦੇ ਹਾਂ, ਤਲਵੰਡੀ ਸਾਬੋ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਅੰਤਲੇ ਸਾਲ ਉਹਨਾਂ ਨੇ ਦਮਦਮਾ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ ਅੰਤਲੇ ਸਾਲ ਉੱਥੇ ਬਿਤਾਏ ਸੀ। ਉੱਥੇ ਉਹਨਾਂ ਨਾਲ ਸੰਬੰਧਿਤ ਜਿਹੜੀਆਂ ਕਾਫੀ ਚੀਜ਼ਾਂ ਗੁਰਦੁਆਰੇ ਦੇ ਵਿੱਚ ਸੰਭਾਲ ਕੇ ਰੱਖੀਆਂ। ਤਾਂ ਇਹਨਾਂ ਗੁਰਦੁਆਰਿਆਂ ਦੇ ਵਿੱਚ, ਇਹਨਾਂ ਭਵਨਾਂ ਦੇ ਵਿੱਚ, ਇਹਨਾਂ ਬਿਲਡਿੰਗਸ ਦੇ ਵਿੱਚ ਸਾਨੂੰ ਕਾਫੀ ਜਿਹੜਾ ਉਸ ਵੇਲੇ ਦੀ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਜਾਂ ਉਸ ਤੋਂ ਬਾਅਦ ਦੇ ਸਮੇਂ ਦੀਆਂ ਸਾਨੂੰ ਜਿਹੜੀਆਂ ਯਾਦਗਾਰਾਂ ਮਿਲ ਜਾਂਦੀਆਂ ਔਰ ਸਾਨੂੰ ਇਤਿਹਾਸ ਦੀ ਸਟੀਕ ਜਾਣਕਾਰੀ ਦਿੰਦੀਆਂ। ਨੈਕਸਟ ਹੈ ਇਤਿਹਾਸਿਕ ਚਿੱਤਰ। ਜਿੰਨੇ ਇਤਿਹਾਸਿਕ ਚਿੱਤਰ ਆ ਇਹ ਵੀ ਸਾਨੂੰ ਇਤਿਹਾਸ ਦੀ ਜਾਣਕਾਰੀ ਦੇਣ ਦਾ ਅਹਿਮ ਸੋਮਾ ਹੁੰਦੇ ਆ। ਪੁਰਾਣੇ ਕਾਲ ਦੇ ਵਿੱਚ ਜਿਹੜੇ ਚਿੱਤਰ ਸੀ ਜ਼ਿਆਦਾਤਰ ਬਣਾਏ ਜਾਂਦੇ ਸੀ, ਚਿੱਤਰਕਾਰਾਂ ਦੁਆਰਾ ਬਣਾਏ ਜਾਂਦੇ ਸੀਗੇ। ਤਾਂ ਜਿੰਨੇ ਸਾਡੇ ਕੋਲੇ ਪੁਰਾਣੇ ਚਿੱਤਰ ਪਏ ਆ ਉਹ ਸਾਨੂੰ ਬਹੁਤ ਅਹਿਮ ਜਾਣਕਾਰੀ ਦਿੰਦੇ ਆ। ਤਸਵੀਰ ਜਿਹੜੀ ਤੁਸੀਂ ਸਲਾਈਡ ਦੇਖ ਰਹੇ ਆ ਹਰਿਮੰਦਰ ਸਾਹਿਬ ਦੀ 19ਵੀਂ ਸਦੀ ਦੀ ਫੋਟੋ ਹੈ ਜਿਹੜੀ ਕੈਮਰੇ ਨਾਲ ਖਿੱਚੀ ਗਈ ਆ। ਉਸ ਵੇਲੇ ਦੇਖਦੇ ਆਪਾਂ ਵੀ ਹਾਲਤ ਕਿਹੋ ਜਿਹੀ ਸੀ। ਔਰ ਇਸ ਤੋਂ ਬਿਨਾਂ ਫਸਟ ਜਿਹੜੀ ਫੋਟੋ ਹੈਗੀ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਚਿੱਤਰਕਾਰ ਦੁਆਰਾ ਬਣਾਈ ਗਈ ਤਸਵੀਰ ਆ। ਤਾਂ ਇਸ ਚਿੱਤਰ ਤੋਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਬਾਰੇ ਜਾਣਕਾਰੀ ਮਿਲਦੀ ਹੈ। ਨੀਚੇ ਆਪਾਂ ਦੇਖਦੇ ਹਾਂ ਈਸਟ ਇੰਡੀਆ ਕੰਪਨੀ ਦੇ ਫੌਜੀਆਂ ਦੀ ਤਸਵੀਰ ਆ, ਜਿੱਥੋਂ ਸਾਨੂੰ ਪਤਾ ਲੱਗਦਾ ਜਿਹੜੀ ਈਸਟ ਇੰਡੀਆ ਕੰਪਨੀ ਉਸ ਦੇ ਵਿੱਚ ਸਿੱਖ ਫੌਜੀ ਵੀ ਭਰਤੀ ਹੁੰਦੇ ਸੀ ਔਰ ਉਹਨਾਂ ਨੂੰ ਕਿਹੋ ਜਿਹੀ ਵਰਦੀ ਪਹਿਨਾਈ ਜਾਂਦੀ ਸੀ। ਇਸ ਤੋਂ ਬਿਨਾਂ ਸਾਡੇ ਕੋਲੇ ਪੰਜਾਬ ਜਦੋਂ ਵੰਡਿਆ ਗਿਆ 1947 ਦੇ ਵਿੱਚ, ਅਗਲੀ ਤਸਵੀਰ ਉਸ ਵੇਲੇ ਦੇ ਬਟਵਾਰੇ ਦੀ ਤਸਵੀਰ ਆ। ਤਾਂ ਉਸ ਬਟਵਾਰੇ ਦੇ ਵੇਲੇ ਲੋਕਾਂ ਦਾ ਕੀ ਹਾਲ ਹੋਇਆ। ਤਾਂ ਇਹ ਸਾਰੇ ਚਿੱਤਰ ਆ ਜਿਹੜੇ ਸਾਡੇ ਕੋਲ। ਇਸ ਤੋਂ ਬਿਨਾਂ ਬਹੁਤ ਸਾਰੇ ਸਾਡੇ ਕੋਲ ਇਤਿਹਾਸਕ ਪੁਰਾਣੇ ਚਿੱਤਰ ਸਾਨੂੰ ਮਿਲਦੇ ਆ ਜਿਨ੍ਹਾਂ ਤੋਂ ਸਾਨੂੰ ਸਟੀਕ ਜਾਣਕਾਰੀ ਮਿਲਦੀ ਆ। ਉਹ ਵੀ ਸਾਡੇ ਕੋਲ ਇਤਿਹਾਸ ਦਾ ਇੱਕ ਅਹਿਮ ਸੋਮਾ ਹੁੰਦੇ ਆ। ਨੈਕਸਟ ਹੈ ਖਾਲਸਾ ਦਰਬਾਰ ਰਿਕਾਰਡ। ਤਾਂ ਪ੍ਰੋਫੈਸਰ ਸੀਤਾਰਾਮ ਕੋਹਲੀ ਨੇ ਜਿਹੜਾ ਖਾਲਸਾ ਦਰਬਾਰ ਦਾ ਰਿਕਾਰਡ ਸੀ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਰਾ ਰਿਕਾਰਡ ਹੈ ਜਿਹੜਾ ਉਸ ਦਾ ਲਿਖਤੀ ਬਿਊਰਾ ਰੱਖਿਆ ਜਾਂਦਾ ਸੀ। ਉਸ ਰਿਕਾਰਡ ਨੂੰ ਇੱਕ ਕੈਟਾਲੌਗ ਦੇ ਵਿੱਚ ਇਕੱਠਾ ਕੀਤਾ ਸੀਤਾਰਾਮ ਕੋਹਲੀ ਨੇ ਔਰ ਉਸ ਨੇ ਜਿਹੜਾ ਸੀਗਾ 2 ਜਲਦਾਂ ਦੇ ਵਿੱਚ 1919 ਤੋਂ ਲੈ ਕੇ 1927 ਦੇ ਵਿੱਚ ਉਹਨੇ ਕਾਫੀ ਮਿਹਨਤ ਕਰਕੇ 2 ਜਲਦਾਂ ਦੇ ਵਿੱਚ ਇਸ ਨੂੰ ਕੈਟਾਲੌਗ ਨੂੰ ਛਾਪਿਆ ਸੀ। ਤਾਂ ਅੱਜ ਵੀ ਜਿਹੜਾ ਲਾਹੌਰ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਖਾਲਸਾ ਦਰਬਾਰ ਦਾ ਰਿਕਾਰਡ ਆ ਜਿਹੜਾ ਪਿਆ, ਮਤਲਬ ਉਸ ਨੂੰ ਅੱਜ ਵੀ ਅਸੀਂ ਵਾਚ ਸਕਦੇ ਹਾਂ। ਤਾਂ ਇਹ ਰਿਕਾਰਡ ਸਾਰਾ ਕਿਹੜੇ ਇਲਾਕੇ ਤੋਂ ਕਿੰਨਾ ਉਹਨਾਂ ਨੂੰ ਜਿਹੜਾ ਲਗਾਨ ਮਿਲਦਾ ਸੀ, ਕੀ ਢੰਗ ਸੀ ਲਗਾਨ ਇਕੱਠਾ ਕਰਨ ਦੇ, ਕਿਹੜੀਆਂ ਪ੍ਰਣਾਲੀਆਂ ਪ੍ਰਚਲਿਤ ਸੀ, ਬਟਾਈ ਪ੍ਰਣਾਲੀ, ਕਨਕੂਤ ਪ੍ਰਣਾਲੀ, ਬਿੱਗਾ ਆਧਾਰ ਪ੍ਰਣਾਲੀ, ਆਪਾਂ ਨੈਕਸਟ ਇਸੇ ਬੁੱਕ ਦੇ ਵਿੱਚ ਅਗਲੇ ਲੈਸਨਾਂ ਦੇ ਵਿੱਚ ਪੜ੍ਹਾਂਗੇ। ਤਾਂ ਇਹ ਸਾਰਾ ਰਿਕਾਰਡ ਆ ਜਿਹੜਾ ਰਿਟਨ ਰੂਪ ਦੇ ਵਿੱਚ ਅੱਜ ਵੀ ਸਾਡੇ ਕੋਲੇ ਉਪਲਬਧ ਹੈਗਾ। ਲਾਹੌਰ ਦੇ ਵਿੱਚ ਆ, ਪਟਿਆਲੇ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਵੀ ਪਿਆ ਹੈਗਾ, ਰਿਆਸਤ ਪਟਿਆਲਾ ਦਾ। ਤਾਂ ਇਹ ਸਾਨੂੰ ਪੰਜਾਬ ਦੇ ਪੁਰਾਣੇ ਇਤਿਹਾਸ ਦੇ ਬਾਰੇ ਜਾਣਕਾਰੀ ਦੇਣ ਦਾ ਇੱਕ ਅਹਿਮ ਸਰੋਤ ਆ ਸਾਡੇ ਕੋਲੇ, ਅਹਿਮ ਸੋਮਾ। ਲਾਸਟ ਜਿਹੜਾ ਸਾਡੇ ਕੋਲ ਹੈ ਮੋਹਰਾਂ ਤੇ ਮੈਡਲ। ਤਾਂ ਮੁਗਲ ਕਾਲ ਤੋਂ ਜਾਂ ਸ਼ੁਰੂ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਦੀ ਇੱਕ ਅਫੀਸ਼ੀਅਲ ਸਟੈਂਪ ਹੁੰਦੀ ਸੀ, ਇੱਕ ਮੋਹਰ ਹੁੰਦੀ ਸੀ, ਉਹ ਦਸਤਖਤ ਕਰਕੇ ਆਪਦੀ ਸ਼ਾਹੀ ਮੋਹਰ ਦੀ ਵਰਤੋਂ ਕਰਦੇ ਸੀ। ਤਾਂ ਨੀਚੇ ਜਿਹੜੀ ਤੁਸੀਂ ਦੇਖ ਰਹੇ ਹੋ ਨੀਲੇ ਰੰਗ ਦੀ ਅਕਾਲ ਸਹਾਏ ਪੁੱਠਾ ਲਿਖਿਆ ਹੋਇਆ ਉਹਦੇ 'ਤੇ, ਇਹਦਾ ਮਤਲਬ ਜਦੋਂ ਸਟੈਂਪ ਲੱਗੂਗੀ ਕਿਸੇ ਚੀਜ਼ 'ਤੇ ਤਾਂ ਉਸ ਦੀ ਜਿਹੜੀ ਛਾਪ ਆ ਉਹ ਸਿੱਧੀ ਪਊਗੀ। ਤਾਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਸੀ। ਭਾਵ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਵੀ ਕੋਈ ਸ਼ਾਹੀ ਫਰਮਾਨ ਜਾਰੀ ਕਰਨਾ ਹੁੰਦਾ ਸੀ ਤਾਂ ਇਸ ਮੋਹਰ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਬਿਨਾਂ ਜਿਹੜੇ ਵੱਖ-ਵੱਖ ਸਮਿਆਂ ਦੇ ਉੱਤੇ ਮੈਡਲ ਦਿੱਤੇ ਜਾਂਦੇ ਸੀ ਮਹਾਰਾਜਿਆਂ ਦੁਆਰਾ ਜਾਂ ਸਰਕਾਰ ਦੁਆਰਾ, ਜਿਹੜੇ ਮੈਡਲ ਦਿੱਤੇ ਜਾਂਦੇ ਸੀ ਉਹ ਵੀ ਸਾਨੂੰ ਜਾਣਕਾਰੀ ਦੇਣ ਦਾ, ਇਤਿਹਾਸਕ ਜਾਣਕਾਰੀ ਦੇਣ ਦਾ ਅਹਿਮ ਸੋਮਾ ਹੈ। ਉੱਪਰ ਜਿਹੜਾ ਮਹਾਰਾਣੀ ਵਿਕਟੋਰੀਆ ਦੁਆਰਾ ਸਭਰਾਓ, ਆਲੀਵਾਲ ਅਤੇ ਫਿਰੋਜ਼ਪੁਰ ਦੇ ਵਿੱਚ ਸੈਨਿਕਾਂ ਨੂੰ ਜਿਹਨੇ 3 ਲੜਾਈਆਂ ਦੇ ਵਿੱਚ ਬਹਾਦਰੀ ਦਿਖਾਈ ਆ ਉਸ ਨੂੰ ਜਿਹੜਾ ਇਹ ਅਵਾਰਡ ਦਿੱਤਾ ਜਾਂਦਾ ਸੀ। ਜਿਹਨੇ ਕਿਸੇ ਇੱਕ ਲੜਾਈ ਦੇ ਵਿੱਚ ਬਹਾਦਰੀ ਦਿਖਾਈ ਆ ਉਸ ਨੂੰ ਇੱਕ ਲੜਾਈ ਦਾ ਨਾਂ ਲਿਖ ਕੇ ਉਹ ਅਵਾਰਡ ਦਿੱਤਾ ਜਾਂਦਾ ਸੀ। ਤਾਂ ਇਹ ਸਾਨੂੰ ਜਾਣਕਾਰੀ ਦੇਣ ਦਾ ਅਹਿਮ ਸੋਮਾ ਹੁੰਦੇ ਆ। ਤਾਂ ਸਾਡੇ ਕੋਲੇ ਬੇਟਾ ਟੋਟਲ ਜਿਹੜੇ ਇਹ ਪੰਜਾਬ ਦੇ ਇਤਿਹਾਸ ਦੇ ਸੋਮੇ ਆ ਔਰ ਇਹਨਾਂ ਦੇ ਆਧਾਰ 'ਤੇ ਜਿਹੜੀ ਅਸੀਂ ਪੰਜਾਬ ਦੇ ਇਤਿਹਾਸ ਦਾ ਪੂਰੇ ਸਾਲ ਦੇ ਦੌਰਾਨ ਅਧਿਐਨ ਕਰਾਂਗੇ। ਔਰ ਇਸ ਦੇ ਨਾਲ ਹੀ ਸਾਡਾ ਜਿਹੜਾ ਦੂਸਰਾ ਚੈਪਟਰ ਆ ਉਹ ਖਤਮ ਹੁੰਦਾ ਹੈ।
ਔਰ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਜਿਹੜਾ ਪੰਜਾਬ ਦੇ ਇਤਿਹਾਸ ਦੇ ਸੋਮੇ ਆ ਲੈਸਨ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਔਰ ਜੇ ਫਿਰ ਵੀ ਕਿਸੇ ਦੀ ਕੋਈ ਕੁਐਰੀ ਹੋਈ ਜਾਂ ਕਿਸੇ ਦਾ ਕੋਈ ਕੁਐਸਚਨ ਹੋਇਆ ਤਾਂ ਉਸ ਨੂੰ ਆਪਾਂ ਅਗਲੀ ਮੀਟਿੰਗ ਦੇ ਵਿੱਚ ਜ਼ਰੂਰ ਕਲੀਅਰ ਕਰਾਂਗੇ। ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।